ਸੋ ਆਓ ਆਪਾਂ 23ਵੀਂ ਆਇਤ ਤੋਂ ਦੁਆਰਾ 23ਵੀਂ ਆਇਤ ਤੋਂ ਦੁਆਰਾ ਸ਼ੁਰੂ ਕਰਦੇ ਹਾਂ। ਲੇਵੀਆਂ ਦੀ ਪੋਥੀ ਦੇ ਵਿੱਚ 172 ਪੰਨਾ, ਔਰ ਸਾਲ ਅਸੀਂ ਹਾਲੇ ਵੀ 1461 ਦੇ ਵਿੱਚ ਹੀ ਚੱਲਦੇ ਪਏ। ਤੇ ਥੋੜੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ, ਔਰ ਗਾਂ ਜਾ ਕੇ ਅਸੀਂ ਦੇਖਣਾ ਕਿ ਸਾਲ ਬੜੀ ਤੇਜ਼ੀ ਦੇ ਨਾਲ ਫਿਰ ਘਟਦੇ ਪਏ। ਸੋ ਇਹ ਜਿਹੜਾ ਸਾਰਾ ਸਮਾਂ ਇਹ ਬੜਾ ਥੋੜਾ ਜਿਹਾ ਸਮਾਂ, ਕੂਚ ਦੀ ਪੋਥੀ ਤੋਂ ਲੈ ਕੇ ਵਿਵਸਥਾ ਸਾਰ ਤੱਕ ਤੁਸੀਂ ਇਹ ਕਹ ਲਓ ਕਿ ਇਹ 40 ਕੁ ਸਾਲਾਂ ਦਾ ਸਮਾਂ ਅਸੀਂ ਸਾਰਾ ਦੇਖਣਾ। ਸੋ ਜਿਸ ਨੂੰ ਮਿਲ ਜਾਏ 23 ਆਇਤ ਤੋਂ ਲੈ ਕੇ ਅਸੀਂ 44 ਆਇਤ ਤੱਕ ਮੈਂ ਪੜ੍ਹਦਾ ਪਾਸੂ ਜੀ। ਪੇਜ ਹੈਗਾ 172, ਨਵੇਂ ਸਾਲ ਦਾ ਤਿਉਹਾਰ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਤੂੰ ਲੋਕਾਂ ਨੂੰ ਦੱਸ ਕਿ 7ਵੇਂ ਮਹੀਨੇ ਦੇ ਪਹਿਲੇ ਦਿਨ ਤੁਸੀਂ ਪਵਿੱਤਰ ਆਰਾਮ ਦਾ ਦਿਨ ਮਨਾਉਣਾ। ਤਿਉਹਾਰ ਦੇ ਆਰੰਭ ਵਿੱਚ ਤੁਸੀਂ ਬਿਗਲ ਵਜਾਉਣਾ ਤਾਂ ਲੋਕ ਪਵਿੱਤਰ ਇਕੱਠ ਲਈ ਇਕੱਠੇ ਹੋਣ। ਇਸ ਦਿਨ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਾ ਕਰਨਾ ਅਤੇ ਅੱਗ ਦੁਆਰਾ ਪ੍ਰਭੂ ਦੇ ਅੱਗੇ ਭੇਟ ਚੜਾਉਣਾ। ਮਾਫੀ ਪ੍ਰਾਪਤੀ ਦਾ ਦਿਨ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, 7ਵੇਂ ਮਹੀਨੇ ਦੇ 10ਵੇਂ ਦਿਨ ਤੁਸੀਂ ਮਾਫੀ ਪ੍ਰਾਪਤੀ ਦਾ ਦਿਨ ਮਨਾਉਣਾ। ਇਸ ਦਿਨ ਤੁਸੀਂ ਵਰਤ ਰੱਖਣਾ ਅਤੇ ਅੱਗ ਦੁਆਰਾ ਪ੍ਰਭੂ ਅੱਗੇ ਭੇਟ ਚੜਾਉਣਾ। ਇਹ ਦਿਨ ਤੁਹਾਡੇ ਲਈ ਮਾਫੀ ਪ੍ਰਾਪਤੀ ਦਾ ਦਿਨ ਹੈ, ਇਸ ਲਈ ਇਸ ਦਿਨ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਾ ਕਰਨਾ। ਜੋ ਇਸ ਦਿਨ ਵਰਤ ਨਾ ਰੱਖੇ ਉਸ ਨੂੰ ਮੇਰੇ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇ। ਜੋ ਮਨੁੱਖ ਇਸ ਦਿਨ ਕੰਮ ਕਰੇਗਾ ਉਸ ਨੂੰ ਮੈਂ ਆਪ ਜਾਨੋਂ ਮਾਰ ਦੇਵਾਂਗਾ। ਜੋ ਇਸ ਦਿਨ ਤੁਸੀਂ ਕੰਮ ਨਾ ਕਰਨਾ, ਇਸ ਦਿਨ ਨੂੰ ਇਸ ਰੂਪ ਵਿੱਚ ਤੁਸੀਂ ਵਿਧੀ ਦੇ ਤੌਰ ਤੇ ਪੀੜ੍ਹੀਓਂ ਪੀੜ੍ਹੀ ਬਣਾਉਣਾ। ਇਹ ਦਿਨ ਤੁਹਾਡੇ ਲਈ ਸਾਬਤ ਅਰਥਾਤ ਪਵਿੱਤਰ ਆਰਾਮ ਦਾ ਦਿਨ ਹੋਵੇਗਾ, ਜੋ 9ਵੇਂ ਦਿਨ ਨੂੰ ਸੂਰਜ ਡੁੱਬਣ ਨਾਲ ਸ਼ੁਰੂ ਹੋਵੇਗਾ ਅਤੇ 10ਵੇਂ ਦਿਨ ਸੂਰਜ ਡੁੱਬਣ ਤੇ ਖਤਮ ਹੋਵੇਗਾ। ਡੇਰਿਆਂ ਦਾ ਤਿਉਹਾਰ। ਪ੍ਰਭੂ ਨੇ ਅੱਗੇ ਮੂਸਾ ਨੂੰ ਕਿਹਾ, 7ਵੇਂ ਦਿਨ ਦੇ 15ਵੇਂ ਦਿਨ ਤੋਂ ਸ਼ੁਰੂ ਕਰਕੇ 7 ਦਿਨਾਂ ਤੱਕ ਤੁਸੀਂ ਪ੍ਰਭੂ ਦੇ ਲਈ ਡੇਰਿਆਂ ਦਾ ਤਿਉਹਾਰ ਮਨਾਉਣਾ। ਪਹਿਲੇ ਦਿਨ ਤੁਸੀਂ ਪਵਿੱਤਰ ਇਕੱਠ ਕਰਨਾ, ਉਸ ਦਿਨ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਾ ਕਰਨਾ। 7 ਦਿਨ ਤੁਸੀਂ ਪ੍ਰਭੂ ਅੱਗੇ ਦੁਆਰਾ ਬਲੀਆਂ ਚੜਾਉਣਾ, ਅੱਗ ਦੁਆਰਾ ਬਲੀਆਂ ਚੜਾਉਣਾ। 8ਵੇਂ ਦਿਨ ਤੁਸੀਂ ਫਿਰ ਪਵਿੱਤਰ ਇਕੱਠ ਕਰਨਾ ਅਤੇ ਅੱਗ ਦੁਆਰਾ ਅੱਗੇ ਬਲੀ ਵੀ ਚੜਾਉਣਾ। ਇਹ ਤੁਹਾਡਾ ਪਵਿੱਤਰ ਇਕੱਠ ਹੋਵੇਗਾ, ਸੋ ਤੁਸੀਂ ਇਸ ਦਿਨ ਕੋਈ ਕੰਮ ਨਾ ਕਰਨਾ। ਸੋ ਇਹ ਪ੍ਰਭੂ ਦੇ ਠਹਿਰਾਏ ਹੋਏ ਤਿਉਹਾਰ ਹਨ, ਜਿਸ ਦਿਨ ਤੁਹਾਡੇ ਪਵਿੱਤਰ ਇਕੱਠ ਹੋਣਗੇ ਅਤੇ ਤੁਸੀਂ ਅੱਗ ਦੁਆਰਾ ਪ੍ਰਭੂ ਅੱਗੇ ਹੋਮ ਬਲੀਆਂ, ਅਨਾਜ ਦੀਆਂ ਭੇਟਾਂ, ਕੁਰਬਾਨੀਆਂ ਅਤੇ ਪੀਣ ਦੀ ਭੇਟ ਹਰ ਦਿਨ ਦੇ ਅਨੁਸਾਰ ਚੜਾਓਗੇ। ਇਹ ਤਿਉਹਾਰ ਤੁਹਾਡੇ ਹਰ ਸਪਤਾਹ ਦੇ ਸ਼ਬਦ ਦੇ ਤਿਉਹਾਰ ਤੋਂ ਵੱਖ ਹੋਣਗੇ ਅਤੇ ਇਹ ਸਭ ਭੇਟਾਂ ਵੀ ਤੁਹਾਡੀਆਂ ਸੁੱਖਣਾ ਅਤੇ ਖੁਸ਼ੀਆਂ ਦੀਆਂ ਭੇਟਾਂ ਤੋਂ ਵੱਖ ਹੋਣਗੀਆਂ। ਫਸਲ ਕੱਟ ਚੁੱਕਣ ਦੇ ਪਿੱਛੋਂ ਤੁਸੀਂ 7 ਦਿਨਾਂ ਤੱਕ ਇਹ ਤਿਉਹਾਰ ਮਨਾਉਣਾ। 7ਵੇਂ ਮਹੀਨੇ ਦੇ 15ਵੇਂ ਦਿਨ ਤੁਸੀਂ ਇਸ ਨੂੰ ਆਰੰਭ ਕਰਨਾ। ਪਹਿਲਾ ਦਿਨ ਅਤੇ 8ਵਾਂ ਦਿਨ ਤੁਹਾਡੇ ਲਈ ਖਾਸ ਆਰਾਮ ਦਾ ਦਿਨ ਹੋਵੇਗਾ। ਪਹਿਲੇ ਦਿਨ ਤੁਸੀਂ ਚੰਗੇ ਰੁੱਖਾਂ ਦੇ ਫਲ, ਹਰੇ ਰੁੱਖਾਂ ਅਰਥਾਤ ਖਜੂਰਾਂ ਦੀਆਂ ਟਹਿਣੀਆਂ ਅਰਥਾਤ ਖਜੂਰਾਂ ਦੀਆਂ ਮੋਟੇ ਰੁੱਖਾਂ ਦੀਆਂ, ਨਦੀਆਂ ਦੇ ਕੰਢੇ ਤੇ ਬੈਂਤ ਦੀਆਂ ਟਹਿਣੀਆਂ ਹੱਥਾਂ ਵਿੱਚ ਲੈ ਕੇ 7 ਦਿਨਾਂ ਤੱਕ ਪ੍ਰਭੂ ਆਪਣੇ ਪਰਮੇਸ਼ਵਰ ਦੇ ਲਈ ਆਨੰਦ ਮਨਾਉਣਾ। ਸੋ ਤੁਸੀਂ 7ਵੇਂ ਮਹੀਨੇ ਵਿੱਚ 7 ਦਿਨਾਂ ਤੱਕ ਇਹ ਤਿਉਹਾਰ ਵੀ ਤੁਸੀਂ ਵਿਧੀ ਦੇ ਤੌਰ ਤੇ ਪੀੜ੍ਹੀਓਂ ਪੀੜ੍ਹੀ ਆਪਣੇ ਵਿੱਚ ਮਨਾਉਣਾ। 7 ਦਿਨਾਂ ਤੱਕ ਤੁਸੀਂ ਸਭ ਘਰਾਂ ਤੋਂ ਬਾਹਰ ਡੇਰੇ ਬਣਾ ਕੇ ਉਹਨਾਂ ਵਿੱਚ ਰਹਿਣਾ। ਇਸ ਤੋਂ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਜਾਣਨਗੀਆਂ ਕਿ ਤੁਸੀਂ ਉਸ ਸਮੇਂ ਡੇਰਿਆਂ ਵਿੱਚ ਰਹੇ ਸੋ ਜਦੋਂ ਮੈਂ ਤੁਹਾਨੂੰ ਮਿਸਰ ਤੋਂ ਬਾਹਰ ਕੱਢ ਕੇ ਲਿਆਇਆ ਸੀ। ਸੋ ਮੂਸਾ ਨੇ ਪ੍ਰਭੂ ਦੇ ਇਹਨਾਂ ਸਭ ਠਹਿਰਾਏ ਹੋਏ ਤਿਉਹਾਰਾਂ ਦੇ ਬਾਰੇ ਇਜ਼ਰਾਈਲੀ ਲੋਕਾਂ ਨੂੰ ਦੱਸਿਆ। ਸੋ ਅਸੀਂ ਕੀ ਦੇਖਦੇ ਪਏ ਹਾਂ ਕਿ ਜਿਹੜਾ ਯਹੂਦੀਆਂ ਦਾ ਨਵਾਂ ਸਾਲ ਜਿਹੜਾ ਮਨਾਇਆ ਜਾ ਰਿਹਾ, ਉਸ ਦੇ ਵਿੱਚ ਅਸੀਂ ਇੱਕ ਚੀਜ਼ ਦੇਖਦੇ ਪਏ ਹਾਂ ਕਿ ਲੋਕਾਂ ਨੂੰ 7ਵੇਂ ਮਹੀਨੇ ਦੇ ਪਹਿਲੇ ਦਿਨ। ਸੋ ਇੱਥੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਕਿ 7ਵਾਂ ਮਹੀਨਾ ਕੀ ਹੋਇਆ ਤੇ ਫਿਰ ਨਵਾਂ ਸਾਲ ਕੀ ਹੋਇਆ। ਠੀਕ, ਸੋ ਕਿਉਂਕਿ ਯਹੂਦੀਆਂ ਦੇ ਜਿਹੜਾ ਕੈਲੰਡਰ ਉਸਦੇ ਵਿੱਚ 13 ਮਹੀਨੇ, ਉਹਦੇ ਵਿੱਚ 12 ਮਹੀਨੇ। ਸੋ ਜਿਹੜਾ ਉਹਨਾਂ ਦਾ ਜਿਹੜਾ ਕੈਲੰਡਰ ਆ ਉਹ ਸੇਮ ਨਹੀਂ ਹੁੰਦਾ ਜਿੱਦਾਂ ਸਾਡਾ ਕੈਲੰਡਰ ਸੇਮ ਹੁੰਦਾ। ਬੇਸਿਕਲੀ ਉਹਦੇ ਵਿੱਚ ਚੇਂਜਸ ਆਉਂਦੀਆਂ ਰਹਿੰਦੀਆਂ ਕਿਉਂਕਿ ਉਹ ਚੰਦ ਦੇ ਨਾਲ ਜੁੜਿਆ ਆ। ਚੰਦ ਕਦੋਂ ਚੜ੍ਹਦਾ, ਚੰਦ ਕਦੋਂ ਡੁੱਬਦਾ, ਉਹਦੇ ਨਾਲ ਲੂਨਰ ਕੈਲੰਡਰ ਉਸਨੂੰ ਕਿਹਾ ਜਾਂਦਾ, ਉਸ ਕੈਲੰਡਰ ਦੇ ਅਨੁਸਾਰ। ਲੇਕਿਨ ਇਹ ਜਿਹੜਾ ਫਸਲ ਦੇ ਆਉਣ ਤੇ ਨਵਾਂ ਸਾਲ, ਜਿਹੜੀ ਫਸਲ ਜਿਸ ਲਈ ਉਹ ਚੁੱਕ ਲੈਂਦੇ ਸੀਗੇ,
ਕੈਲੰਡਰ ਬੇਸ਼ੱਕ ਉਹਨਾਂ ਦਾ ਚੱਲਦਾ ਪਿਆ ਅਕੋਰਡਿੰਗ ਟੂ ਦੈਟ, ਪਰ ਨਵਾਂ ਸਾਲ ਉਹ ਮਨਾਉਂਦੇ ਸੀ ਜਿਸ ਲਈ ਉਹ ਫਸਲ ਚੁੱਕਦੇ ਸੀ। ਸੋ ਹੁਣ ਕੀ ਇੱਥੇ ਹੋ ਰਿਹਾ, ਤੁਸੀਂ ਇਹ ਦੇਖੋਗੇ ਕਿ ਇਹ ਸਾਰੇ ਦੇ ਸਾਰੇ ਤਿਉਹਾਰ ਇੱਕੋ ਮਹੀਨੇ ਦੇ ਵਿੱਚ। ਠੀਕ, ਸੋ ਸਭ ਤੋਂ ਪਹਿਲਾਂ ਤਿਆਰੀ ਆ, ਜਿਸ ਵੇਲੇ ਨਵਾਂ ਸਾਲ ਦੀ ਨਾਲ ਜਿਸ ਵੇਲੇ ਬਿਗਲ ਫੂਕੇ ਗਏ ਆ, ਤੇ ਉਸ ਦਾ ਮਤਲਬ ਇਹ ਆ ਕਿ ਉਹ ਸਮਾਂ ਆ ਗਿਆ, ਤਿਉਹਾਰ ਦੇ ਸਮੇਂ ਦੀ ਅਨਾਉਂਸਮੈਂਟ ਹੋ ਗਈ, ਔਰ ਉਸ ਦਿਨ ਸਾਰਿਆਂ ਨੇ ਵਰਤ ਰੱਖਣਾ, ਔਰ ਉਸ ਦਿਨ ਸਾਰਿਆਂ ਨੇ ਸਾਰਿਆਂ ਦੇ ਵਰਤ ਰੱਖ ਕੇ ਤਾਂ ਕੋਈ ਕੰਮ ਨਹੀਂ ਕਰਨਾ। ਕੰਮ ਦਾ ਕੀ ਮਤਲਬ, ਉਹ ਤਿਆਰੀ ਕਰਦੇ ਪਏ, ਤਿਉਹਾਰ ਦੀ ਤਿਆਰੀ ਹੋ ਰਹੀ। ਔਰ ਜਿਸ ਵੇਲੇ ਅਸੀਂ ਮਾਫੀ ਪ੍ਰਾਪਤੀ ਦੇ ਲਈ ਆਉਂਦੇ ਹਾਂ ਤੇ ਉਹ 10ਵੇਂ ਉਹ ਜਿਹੜਾ ਹੈਗਾ 10ਵਾਂ ਦਿਨ ਉਸਦਾ, ਉੱਥੇ ਹੁਣ ਮਾਫੀ ਦੇ ਲਈ ਸ਼ੁਰੂ ਹੋ ਗਿਆ। ਔਰ ਜਿਹੜਾ ਵਿਸ਼ਵਾਸ ਕੀਤਾ ਜਾਂਦਾ ਉਹ ਇਹ ਹੈ, ਬੇਸ਼ੱਕ ਅਸੀਂ 25 ਨਵੰਬਰ ਨੂੰ ਕ੍ਰਿਸਮਸ ਮਨਾਉਂਦੇ ਹਾਂ, ਪਰ ਅਗਰ ਅਸੀਂ ਉਸ ਸਾਰੇ ਸਮੇਂ ਨੂੰ ਦੇਖੀਏ, ਸਾਰੀਆਂ ਚੀਜ਼ਾਂ ਨੂੰ ਦੇਖੀਏ, ਤਾਂ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਜਨਮ ਆ ਉਹ ਇਸ ਸਮੇਂ ਦੇ ਵਿੱਚ ਹੋਇਆ ਸੀ। ਕਿਉਂ? ਕਿਉਂਕਿ ਭੇਡਾਂ ਬਾਹਰ ਉਹਨਾਂ ਨੂੰ ਜਿਹੜੇ ਚਰਵਾਹੇ ਆ ਉਹ ਬਾਹਰ ਚਾਰ ਰਹੇ ਆ, ਔਰ ਚਰਵਾਹੇ ਉਹਨਾਂ ਦੇ ਨਾਲ ਹੀ ਰਹੇ। ਔਰ ਮਾਫੀ ਪ੍ਰਾਪਤੀ ਦੇ ਦਿਨ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਸੀ। 7ਵੇਂ ਮਹੀਨੇ ਦੇ 10ਵੇਂ ਦਿਨ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਸੀ। ਔਰ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਕੋਈ ਕੰਮ ਨਹੀਂ ਕਰਨਾ, ਉਸ ਦਿਨ ਵੀ ਤੁਸੀਂ ਕੋਈ ਕੰਮ ਨਹੀਂ ਕਰਨਾ, ਔਰ ਇਹ ਵੀ ਇੱਕ ਦਿਨ ਮਨਾਇਆ ਜਾਂਦਾ। ਠੀਕ, ਸੋ ਅੱਗੇ ਜਿਸ ਲਈ ਅਸੀਂ ਜਾਣੇ ਤਾਂ ਫਿਰ ਡੇਰਿਆਂ ਦਾ ਤਿਉਹਾਰ, ਡੇਰਿਆਂ ਦੇ ਤਿਉਹਾਰ ਦੇ ਉੱਤੇ ਹੁਣ ਉਹ ਜਿਹੜਾ ਤਿਉਹਾਰ ਆ ਪੂਰਾ ਹਫ਼ਤਾ ਚੱਲਦਾ, ਪੂਰਾ ਇੱਕ ਹਫ਼ਤਾ। ਉਸ ਦੇ ਵਿੱਚ ਉਹਨਾਂ ਨੇ ਹਰ ਤਰ੍ਹਾਂ ਦੀਆਂ ਬਲੀਆਂ ਚੜਾਉਣੀਆਂ, 8ਵੇਂ ਦਿਨ ਤੱਕ, 8ਵੇਂ ਦਿਨ ਨੂੰ ਜਾ ਕੇ ਫਾਈਨਲ ਬਲੀ ਚੜਾਈ ਜਾਣੀ ਆ। ਔਰ ਇਹਦਾ ਜਿਹੜਾ ਆਖਰੀ ਦਿਨ ਅਸੀਂ ਕੱਲ ਦੇਖਿਆ ਸੀ, ਜਿਹੜਾ ਆਖਰੀ ਦਿਨ ਜਿਹੜਾ ਮਨਾਇਆ ਜਾਂਦਾ ਸੀ, ਉਸ ਦਿਨ ਉਹ ਜਿਹੜਾ ਥੱਲੇ ਪੂਲ, ਸਾਲਮ ਦਾ ਪੂਲ ਸੀਗਾ, ਉੱਥੇ ਮਹਾਂਪੁਰੋਹਿਤ ਜਾਂਦਾ ਸੀ ਆਪਣੇ ਪੂਰੇ ਕੱਪੜਿਆਂ ਸਮੇਤ, ਉੱਥੋਂ ਜਾ ਕੇ ਉਹ ਸਾਲੇਮ ਦੇ ਪੂਲ ਤੋਂ ਪਾਣੀ ਲੈ ਕੇ ਆਉਂਦਾ ਸੀ। ਔਰ ਇਹ ਜਿਹੜਾ ਪੂਲ ਸੀਗਾ, ਇਹ ਮੰਦਿਰ ਦੇ ਨਾਲ, ਜਿੱਥੇ ਮੰਦਿਰ ਦੇ ਬਿਲਕੁਲ ਲਾਗੇ ਦੀ ਇੱਕ ਥੱਲਿਓਂ ਸੁੰਮ ਫੁੱਟਦਾ ਪਾਣੀ ਦਾ, ਔਰ ਉਹ ਜਿਹੜਾ ਸੁੰਮ ਫੁੱਟਦਾ ਉਹਦੇ ਵਿੱਚ ਜਿਹੜਾ ਪਾਣੀ ਜਾਂਦਾ ਉਹ ਥੱਲੇ ਜਾ ਕੇ ਉਸ ਪੂਲ ਦੇ ਵਿੱਚ ਜਾਂਦਾ ਸੀ। ਸੋ ਹੁਣ ਉੱਥੋਂ ਪਾਣੀ ਲੈ ਕੇ ਆਉਣਾ, ਔਰ ਨਗਾੜੇ ਵੱਜਦੇ ਪਏ ਆ, ਔਰ ਉਹ ਜਾ ਰਿਹਾ, ਮਹਾਂਪੁਰੋਹਿਤ ਜਾ ਰਿਹਾ, ਬਾਕੀ ਦੇ ਪੁਰੋਹਿਤ ਜਾ ਰਹੇ ਆ, ਗੀਤ ਸੰਗੀਤ ਹੋ ਰਿਹਾ। ਲੇਕਿਨ ਜਿੱਦਾਂ ਹੀ ਉਹ ਵੇਦੀ ਦੇ ਲਾਗੇ ਪਹੁੰਚਦਾ ਸੀ ਤਾਂ ਬਿਲਕੁਲ ਸਨਾਟਾ ਛਾ ਜਾਂਦਾ ਸੀ, ਸਭ ਚੀਜ਼ਾਂ ਬੰਦ। ਫਿਰ ਉਹ ਵੇਦੀ ਤੇ ਜਾ ਕੇ ਤਾਂ ਉਹ ਪਾਣੀ ਚੜਾਉਂਦਾ ਸੀ। ਔਰ ਹੁਣ ਇਹ ਚੀਜ਼ ਹੋ ਰਹੀ ਆ ਕਿ ਪ੍ਰਭੂ ਯਿਸੂ ਮਸੀਹ ਇਸ ਸਮੇਂ ਦੇ ਵਿੱਚ, ਬਾਕੀ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰੀਆਂ ਹੋਈਆਂ ਦੇਖ ਲਈਆਂ, ਔਰ ਡੇਰਿਆਂ ਦਾ ਤਿਉਹਾਰ ਵੀ ਹੁਣ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੀ ਪੂਰਾ ਹੁੰਦਾ ਦੇਖਣਾ। ਸੋ ਮੇਰੇ ਨਾਲ ਯਹੂਨਾ ਦੇ 7ਵੇਂ ਭਾਗ ਦੇ ਵਿੱਚ ਆ ਜਾਓ, ਔਰ ਉੱਥੇ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਇਹ ਦਿਨ ਵੀ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੀ ਪੂਰਾ ਹੋਇਆ। ਸੋ ਯਹੂਨਾ ਦਾ 7ਵਾਂ ਭਾਗ, ਉਸਦੀ ਉਸਦੀ 10ਵੀਂ ਆਇਤ ਤੋਂ ਅਸੀਂ ਪੜਾਂਗੇ ਅੱਜ। ਕੱਲ ਅਸੀਂ ਥੋੜਾ ਜਿਹਾ ਪੜਿਆ ਸੀ, ਲੇਕਿਨ ਮੈਂ ਪੜ੍ਹ ਦਿੰਦੀ ਬਸ। ਹਾਂਜੀ, ਪ੍ਰਭੂ 10 ਆਇਤ ਤੋਂ ਲੈ ਕੇ, ਹਾਂਜੀ, 10 ਆਇਤ ਤੋਂ ਲੈ ਕੇ ਇਸ ਦੀਆਂ ਅਸੀਂ ਦੇਖਾਂਗੇ ਬੇਸਿਕਲੀ 44 ਆਇਤ, 10 ਤੋਂ 44। ਹਾਂਜੀ, 175 ਨਵੀਂ ਨੀਮ ਦਾ। ਹਾਂਜੀ, ਨਵੀਂ ਨੀਮ ਦਾ। ਪ੍ਰਭੂ ਯਿਸੂ ਡੇਰਿਆਂ ਦੇ ਤਿਉਹਾਰ ਵਿੱਚ, ਜਦੋਂ ਯਿਸੂ ਦੇ ਭਰਾ ਤਿਉਹਾਰ ਦੇ ਲਈ ਚਲੇ ਗਏ ਤਾਂ ਉਹ ਵੀ
ਗੁਪਤ ਰੂਪ ਤੇ ਉੱਥੇ ਗਏ, ਖੁੱਲ੍ਹੇਆਮ ਨਹੀਂ। ਇਸ ਲਈ ਯਹੂਦੀ ਉਹਨਾਂ ਨੂੰ ਤਿਉਹਾਰ ਉੱਤੇ ਲੱਭ ਰਹੇ ਸਨ। ਉਹ ਪੁੱਛ ਰਹੇ ਸਨ, ਉਹ ਕਿੱਥੇ ਹੈ? ਲੋਕਾਂ ਵਿੱਚ ਯਿਸੂ ਬਾਰੇ ਬਹੁਤ ਕਾਨਾਫੂਸੀ ਹੋ ਰਹੀ ਸੀ। ਕੁਝ ਕਹਿੰਦੇ ਸਨ ਉਹ ਇੱਕ ਭਲਾ ਆਦਮੀ ਹੈ, ਕੁਝ ਹੋਰ ਕਹਿੰਦੇ ਸਨ ਨਹੀਂ, ਉਹ ਲੋਕਾਂ ਨੂੰ ਪੁੱਠੇ ਰਾਹ ਪਾਉਂਦਾ ਹੈ। ਪਰ ਕੋਈ ਵੀ ਖੁੱਲ੍ਹੇਆਮ ਉਹਨਾਂ ਦੇ ਬਾਰੇ ਕੁਝ ਨਹੀਂ ਕਹਿੰਦਾ ਸੀ, ਕਿਉਂਕਿ ਉਹ ਯਹੂਦੀਆਂ ਤੋਂ ਡਰਦੇ ਸਨ। ਜਦੋਂ ਤਿਉਹਾਰ ਦੇ ਅੱਧੇ ਦਿਨ ਸਮਾਪਤ ਹੋ ਗਏ ਤਾਂ ਯਿਸੂ ਮੰਦਿਰ ਵਿੱਚ ਗਏ ਤੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ। ਇਸ ਉੱਤੇ ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ, ਬਿਨਾਂ ਸਿੱਖਿਆ ਪ੍ਰਾਪਤੀ ਇਸਨੇ ਇਹ ਗਿਆਨ ਰੂਪੀ ਸ਼ਬਦ ਕਿੱਥੋਂ ਲਏ? ਯਿਸੂ ਨੇ ਉੱਤਰ ਵਿੱਚ ਕਿਹਾ, ਉਹਨਾਂ ਨੂੰ ਕਿਹਾ, ਜੋ ਸਿੱਖਿਆ ਮੈਂ ਦਿੰਦਾ ਹਾਂ ਇਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ। ਜੋ ਕੋਈ ਵੀ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਨ ਦੀ ਇੱਛਾ ਰੱਖਦਾ ਹੈ, ਉਹ ਇਸ ਸਿੱਖਿਆ ਬਾਰੇ ਜਾਣੇਗਾ ਕਿ ਇਹ ਪਰਮੇਸ਼ਰ ਵੱਲੋਂ ਹੈ ਜਾਂ ਮੈਂ ਆਪਣੇ ਵੱਲੋਂ ਬੋਲ ਰਿਹਾ ਹਾਂ। ਜੋ ਕੋਈ ਆਪਣੇ ਵੱਲੋਂ ਬੋਲਦਾ ਹੈ ਉਹ ਆਪਣੀ ਵਡਿਆਈ ਚਾਹੁੰਦਾ ਹੈ, ਪਰ ਜੋ ਕੋਈ ਆਪਣੇ ਘੱਲਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹ ਸੱਚਾ ਹੈ ਤੇ ਉਸ ਵਿੱਚ ਕੋਈ ਕਪਟ ਨਹੀਂ ਹੈ। ਕੀ ਮੂਸਾ ਨੇ ਤੁਹਾਨੂੰ ਵਿਵਸਥਾ ਨਹੀਂ ਦਿੱਤੀ? ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਉੱਤੇ ਨਹੀਂ ਚੱਲਦਾ ਹੈ। ਤੁਸੀਂ ਮੈਨੂੰ ਮਾਰਨ ਦੀਆਂ ਦਲੀਲਾਂ ਕਿਉਂ ਕਰਦੇ ਹੋ? ਭੀੜ ਨੇ ਉੱਤਰ ਦਿੱਤਾ, ਤੇਰੇ ਉੱਤੇ ਭੂਤ ਸਵਾਰ ਹੈ, ਕੌਣ ਤੈਨੂੰ ਮਾਰਨ ਦੀ ਸੋਚ ਰਿਹਾ ਹੈ? ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਇੱਕ ਹੀ ਕੰਮ ਕੀਤਾ ਹੈ ਅਤੇ ਤੁਸੀਂ ਹੈਰਾਨ ਹੋ। ਨਰਿੰਸ ਦੇ ਮੂਸਾ ਨੇ ਤੁਹਾਨੂੰ ਸੁਨਨਤ ਦੀ ਰਵਾਇਤ ਦਿੱਤੀ। ਬੇਸ਼ੱਕ ਅਸਲ ਵਿੱਚ ਮੂਸਾ ਤੋਂ ਨਹੀਂ ਬਲਕਿ ਤੁਹਾਡੇ ਪੁਰਖਿਆਂ ਤੋਂ ਇਸ ਦਾ ਸ਼ੁਰੂ ਹੋਇਆ ਅਤੇ ਤੁਸੀਂ ਸਾਬਤ ਦੇ ਦਿਨ ਆਦਮੀ ਦੀ ਸੁਨਨਤ ਕਰਦੇ ਹੋ। ਜੇਕਰ ਤੁਸੀਂ ਆਦਮੀ ਦੀ ਸੁਨਨਤ ਸਾਬਤ ਵਾਲੇ ਦਿਨ ਇਸ ਲਈ ਕਰਦੇ ਹੋ ਕਿ ਮੂਸਾ ਦੀ ਵਿਵਸਥਾ ਭੰਗ ਨਾ ਹੋਵੇ, ਫਿਰ ਤੁਸੀਂ ਮੇਰੇ ਨਾਲ ਗੁੱਸੇ ਕਿਉਂ ਹੋ ਰਹੇ ਹੋ? ਮੈਂ ਇੱਕ ਆਦਮੀ ਨੂੰ ਸਾਬਤ ਦੇ ਦਿਨ ਨਰੋਆ ਕੀਤਾ ਹੈ। ਬਾਹਰੀ ਰੂਪ ਦੇਖ ਕੇ ਨਿਆਂ ਨਾ ਕਰੋ, ਸਗੋਂ ਸੱਚਾ ਨਿਆਂ ਸਚਾਈ ਨਾਲ ਕਰੋ। ਕੀ ਇਹ ਮਸੀਹ ਹੈ? ਯਰੂਸ਼ਲਮ ਦੇ ਕੁਝ ਰਹਿਣ ਵਾਲਿਆਂ ਨੇ ਕਿਹਾ, ਕੀ ਇਹ ਹੀ ਉਹ ਨਹੀਂ ਹੈ ਜਿਸ ਨੂੰ ਉਹ ਮਾਰਨਾ ਚਾਹੁੰਦੇ ਸਨ? ਪਰ ਦੇਖੋ, ਇਹ ਖੁੱਲ੍ਹੇਆਮ ਬੋਲ ਰਿਹਾ ਹੈ ਤੇ ਕੋਈ ਵੀ ਇਸ ਨੂੰ ਕੁਝ ਨਹੀਂ ਕਹਿੰਦਾ। ਕੀ ਕਿਤੇ ਅਧਿਕਾਰੀ ਲੋਕ ਸੱਚ ਹੀ ਮੰਨ ਤੇ ਨਹੀਂ ਗਏ ਕਿ ਇਹ ਹੀ ਮਸੀਹ ਹੈ? ਇਸ ਬਾਰੇ ਅਸੀਂ ਜਾਣਦੇ ਹਾਂ ਕਿ ਇਹ ਕਿੱਥੋਂ ਦਾ ਹੈ, ਪਰ ਜਦੋਂ ਮਸੀਹ ਆਏਗਾ ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਦਾ ਹੈ। ਯਿਸੂ ਨੇ ਮੰਦਿਰ ਵਿੱਚ ਸਿੱਖਿਆ ਦਿੰਦੇ ਹੋਏ ਉੱਚੀ ਆਵਾਜ਼ ਨਾਲ ਕਿਹਾ, ਤੁਸੀਂ ਮੈਨੂੰ ਜਾਣਦੇ ਹੋ, ਪਰ ਕੀ ਤੁਸੀਂ ਜਾਣਦੇ ਹੋ ਕਿ ਮੈਂ ਕਿੱਥੋਂ ਹਾਂ? ਮੈਂ ਆਪਣੇ ਆਪ ਨਹੀਂ ਆਇਆ ਹਾਂ, ਜਿਸ ਨੇ ਮੈਨੂੰ ਘੱਲਿਆ ਹੈ ਉਹ ਸੱਚਾ ਹੈ, ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ਹੋ। ਮੈਂ ਉਸ ਨੂੰ ਜਾਣਦਾ ਹਾਂ ਕਿਉਂਕਿ ਮੈਂ ਉਸ ਤੋਂ ਹਾਂ ਤੇ ਉਸ ਨੇ ਮੈਨੂੰ ਘੱਲਿਆ ਹੈ। ਇਸ ਉੱਤੇ ਉਹਨਾਂ ਨੇ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਉਹਨਾਂ ਤੇ ਹੱਥ ਨਾ ਪਾ ਸਕਿਆ ਕਿਉਂਕਿ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ ਸੀ। ਪਰ ਬਹੁਤ ਸਾਰੇ ਲੋਕਾਂ ਨੇ ਭੀੜ ਵਿੱਚੋਂ ਯਿਸੂ ਉੱਤੇ ਵਿਸ਼ਵਾਸ ਕੀਤਾ। ਉਹ ਕਹਿਣ ਲੱਗੇ, ਜਦੋਂ ਮਸੀਹ ਆਵੇਗਾ ਕੀ ਇਹ ਉਹਨਾਂ ਨਾਲੋਂ ਅਦਿੱਖ ਚਿੰਨ੍ਹ ਦਿਖਾਏਗਾ? ਮੰਦਿਰ ਦੇ ਪਹਿਰੇਦਾਰਾਂ ਦਾ ਪ੍ਰਭੂ ਯਿਸੂ ਨੂੰ ਫੜਨ ਲਈ ਘੱਲਿਆ ਜਾਣਾ। ਫਰੀਸੀਆਂ ਨੇ ਲੋਕਾਂ ਨੂੰ ਇਹਨਾਂ ਗੱਲਾਂ ਦੀ ਯਿਸੂ ਬਾਰੇ ਚਰਚਾ ਕਰਦੇ ਸੁਣਿਆ ਤਾਂ ਮਹਾਪੁਰੋਹਿਤ ਅਤੇ ਫਰੀਸੀਆਂ ਨੇ ਮੰਦਿਰ ਦੇ ਪਹਿਰੇਦਾਰਾਂ ਨੂੰ ਘੱਲਿਆ ਕਿ ਉਹ ਯਿਸੂ ਨੂੰ ਫੜਨ। ਪਰ ਯਿਸੂ ਨੇ ਲੋਕਾਂ ਨੂੰ ਕਿਹਾ, ਥੋੜੇ ਚਿਰ ਦੇ ਲਈ ਮੈਂ ਤੁਹਾਡੇ ਨਾਲ ਹਾਂ, ਫਿਰ ਮੈਂ ਉਸ ਕੋਲ ਜਾਵਾਂਗਾ ਜਿਸ ਨੇ ਮੈਨੂੰ ਘੱਲਿਆ ਹੈ। ਤੁਸੀਂ ਮੈਨੂੰ ਲੱਭੋਗੇ ਪਰ ਮੈਂ ਤੁਹਾਨੂੰ ਨਾ ਲੱਭਾਂਗਾ, ਕਿਉਂਕਿ ਜਿੱਥੇ ਮੈਂ ਹੋਵਾਂਗਾ ਤੁਸੀਂ ਉੱਥੇ ਨਹੀਂ ਆ ਸਕੋਗੇ। ਇਸ ਉੱਤੇ ਯਹੂਦੀ ਆਪੋ ਵਿੱਚ ਕਹਿਣ ਲੱਗੇ, ਇਹ ਕਿੱਥੇ ਜਾਣ ਦੀ ਸੋਚ ਰਿਹਾ ਹੈ ਕਿ ਅਸੀਂ ਇਸ ਨੂੰ ਨਹੀਂ ਲੱਭ ਸਕਾਂਗੇ? ਕੀ ਇਹ ਖਿੰਡੇ ਹੋਏ ਯਹੂਦੀਆਂ ਕੋਲ ਜਨਾਨੀ ਨਗਰਾਂ ਵਿੱਚ ਜਾਵੇਗਾ ਤੇ ਜਨਾਨੀਆਂ ਨੂੰ ਵੀ ਸਿੱਖਿਆ ਦੇਵੇਗਾ? ਇਹਨਾਂ ਸ਼ਬਦਾਂ ਦਾ ਕੀ ਅਰਥ ਹੈ ਕਿ ਤੁਸੀਂ ਮੈਨੂੰ ਲੱਭੋਗੇ ਪਰ ਮੈਂ ਤੁਹਾਨੂੰ ਨਾ ਲੱਭਾਂਗਾ, ਤੇ ਜਿੱਥੇ ਮੈਂ ਹੋਵਾਂਗਾ ਤੁਸੀਂ ਉੱਥੇ ਨਹੀਂ ਆ ਸਕੋਗੇ। ਜੀਵਨ ਜਲ ਦੀਆਂ ਧਾਰਾਂ। ਤਿਉਹਾਰ ਦੇ ਅੰਤਮ ਅਤੇ ਪ੍ਰਮੁੱਖ ਦਿਨ ਯਿਸੂ ਨੇ ਖੜੇ ਹੋ ਕੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਜੇਕਰ ਕੋਈ ਤਿਹਾਇਆ ਹੈ ਤਾਂ ਉਹ ਮੇਰੇ ਕੋਲ ਆਏ ਤੇ ਪੀਏ। ਜਿਸ ਤਰ੍ਹਾਂ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਉਹ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਸ ਦੇ ਅੰਦਰੋਂ ਜੀਵਨ ਜਲ ਦੀਆਂ ਧਾਰਾਂ ਫੁੱਟ ਪੈਣਗੀਆਂ। ਯਿਸੂ ਨੇ ਇਹ ਪਵਿੱਤਰ ਆਤਮਾ ਦੇ ਬਾਰੇ ਕਿਹਾ ਜਿਸ ਨੂੰ ਉਸ ਦੇ ਵਿਸ਼ਵਾਸ ਕਰਨ ਵਾਲੇ ਪ੍ਰਾਪਤ ਕਰਨ ਵਾਲੇ ਸਨ, ਕਾਰਨ ਕਿ ਅਜੇ ਤੱਕ ਪਵਿੱਤਰ ਆਤਮਾ ਕਿਸੇ ਨੂੰ ਨਹੀਂ ਦਿੱਤੀ ਗਈ ਸੀ ਕਿਉਂਕਿ ਯਿਸੂ ਅਜੇ ਤੱਕ ਆਪਣੀ ਮਹਿਮਾ ਨੂੰ ਨਹੀਂ ਪਹੁੰਚੇ ਸਨ। ਪ੍ਰਭੂ ਯਿਸੂ ਬਾਰੇ ਲੋਕਾਂ ਦੇ ਵੱਖ-ਵੱਖ ਵਿਚਾਰ। ਭੀੜ ਵਿੱਚੋਂ ਕੁਝ ਲੋਕਾਂ ਨੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ। ਉਹ ਬੋਲੇ, ਇਹ ਸੱਚਮੁੱਚ ਆਉਣ ਵਾਲਾ ਨਬੀ ਹੈ।
ਕੁਝ ਹੋਰ ਨੇ ਕਿਹਾ ਇਹ ਮਸੀਹ ਹੈ, ਪਰ ਕੁਝ ਲੋਕੀ ਕਹਿਣ ਲੱਗੇ ਕੀ ਮਸੀਹ ਗਲੀਲ ਵਿੱਚੋਂ ਨਿਕਲੇਗਾ? ਕੀ ਧਰਮ ਗ੍ਰੰਥ ਇਸ ਬਾਰੇ ਇਸ ਤਰ੍ਹਾਂ ਨਹੀਂ ਕਹਿੰਦਾ? ਮਸੀਹ ਦਾਊਦ ਦੀ ਕੁਲ ਵਿੱਚ ਹੋਵੇਗਾ ਤੇ ਉਹ ਬੈਤਲਹਮ ਪਿੰਡ ਵਿੱਚ ਪੈਦਾ ਹੋਵੇਗਾ, ਜਿੱਥੇ ਦਾਊਦ ਆਪ ਰਹਿੰਦਾ ਸੀ। ਇਸ ਤਰ੍ਹਾਂ ਉਹਨਾਂ ਦੇ ਕਾਰਨ ਭੀੜ ਵਿੱਚ ਮਤਭੇਦ ਹੋ ਗਿਆ। ਕੁਝ ਲੋਕੀ ਉਹਨਾਂ ਨੂੰ ਫੜਨਾ ਚਾਹੁੰਦੇ ਸਨ, ਤੇ ਪਰ ਉਹਨਾਂ ਨੂੰ ਕਿਸੇ ਨੇ ਹੱਥ ਨਾ ਲਾਇਆ। ਅਧਿਕਾਰੀ ਲੋਕਾਂ ਦਾ ਅਵਿਸ਼ਵਾਸ। ਹਾਂ, ਇੱਥੇ ਠੀਕ ਆ। ਅਸੀਂ ਦੇਖੋ ਇਸ ਵਚਨ ਦੇ ਵਿੱਚ ਉਸੇ ਹੀ ਤਿਉਹਾਰ ਦੀ ਇੱਥੇ ਗੱਲ ਚੱਲਦੀ ਪਈ ਹੈ ਕਿ ਜਿਸ ਵੇਲੇ ਪਹਿਲੇ ਦਿਨ, ਜਿਸ ਵੇਲੇ 7ਵਾਂ ਮਹੀਨਾ ਚੜ੍ਹਿਆ, ਉਸ ਦੇ ਪਹਿਲੇ ਦਿਨ ਜਿਸ ਦਿਨ ਬਿਗਲ ਫੂਕਿਆ ਗਿਆ, ਉਸ ਦੇ ਬਿਗਲ ਫੂਕਣ ਦੇ ਵਿੱਚ ਮਸੀਹ ਦੇ ਘਰ ਦੇ ਵਿੱਚ ਵੀ ਉਹਨਾਂ ਦੀ ਜਿਹੜੇ ਹਾਫ ਬ੍ਰਦਰਸ ਸੀਗੇ, ਭੈਣਾਂ ਵੀ ਸੀਗੀਆਂ, ਜਿਹੜੀਆਂ ਕਿ ਮਰੀਅਮ ਤੇ ਯੂਸਫ ਤੋਂ ਪੈਦਾ ਹੋਏ ਸੀਗੇ ਬੱਚੇ, ਉਹਨਾਂ ਨੇ ਤਿਆਰੀ ਕਰ ਲਈ ਕਿਉਂਕਿ ਬਿਗਲ ਫੂਕ ਦਿੱਤਾ ਗਿਆ। ਸੋ ਅਸੀਂ ਉਹਨਾਂ ਨੂੰ ਵਚਨ ਦੇ ਸ਼ੁਰੂ ਦੇ ਵਿੱਚ, 7ਵੇਂ ਭਾਗ ਦੇ ਸ਼ੁਰੂ ਦੇ ਵਿੱਚ ਹੀ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਕਿ ਭਰਾਵਾਂ ਨੇ ਤਿਆਰੀ ਕਰ ਲਈ ਤੇ ਉਹਨਾਂ ਨੇ ਪ੍ਰਭੂ ਯਿਸੂ ਨੂੰ ਵੀ ਕਿਹਾ ਕਿ ਤੂੰ ਵੀ ਸਾਡੇ ਨਾਲ ਜਾ। ਯਿਸੂ ਨੇ ਕਿਹਾ ਕਿ ਨਹੀਂ, ਤੁਸੀਂ ਜਾਓ, ਮੈਂ ਨਹੀਂ ਜਾਣਾ। ਫਿਰ ਉਸਨੇ ਕਿਹਾ ਜਿੱਦਾਂ ਦੇ ਤੂੰ ਕੰਮ ਕਰਦਾ, ਯਾਨੀ ਕਿ ਕਹਿਣ ਦਾ ਕੀ ਮਤਲਬ, ਤੇ ਭਰਾਵਾਂ ਨੂੰ ਵੀ ਪਤਾ ਆ ਕਿ ਇਸ ਤੇ ਹੱਥੋਂ ਮੇਰਾ ਕੋਈ ਕਸੂਰ, ਜਿੱਦਾਂ ਦੇ ਤੂੰ ਕੰਮ ਕਰਦਾ ਪਿਆ ਏਦਾਂ ਦੇ ਕੰਮ ਤੂੰ ਮੰਦਿਰ ਦੇ ਵਿੱਚ ਜਾ ਕੇ ਕਰ, ਤੂੰ ਮਸ਼ਹੂਰ ਹੋ ਜਾਏਗਾ, ਤੂੰ ਮਸ਼ਹੂਰ ਹੋ ਜਾਏਗਾ। ਸੋ ਅਸੀਂ ਕੀ ਦੇਖਦੇ ਪਏ ਹਾਂ? ਅਸੀਂ ਇੱਥੇ ਤੱਕ ਦੇਖ ਪਏ ਹਾਂ ਕਿ ਜਿਹੜੇ ਉਸਦੇ ਆਪਣੇ ਭੈਣ ਭਰਾ ਆ, ਉਹਨਾਂ ਦਾ ਅਸੀਂ ਵਿਸ਼ਵਾਸ ਦੇਖਦੇ ਪਏ ਹਾਂ ਕਿ ਉਹਨਾਂ ਦਾ ਵੀ ਪ੍ਰਭੂ ਦੇ ਵਿੱਚ ਵਿਸ਼ਵਾਸ ਹੈ। ਉਹ ਵੀ ਸਿਰਫ ਉਹ ਮਿਰਾਕਲਸ ਦੀ ਗੱਲ ਕਰਦੇ ਪਏ, ਇਸ ਤੋਂ ਜ਼ਿਆਦਾ ਨਹੀਂ ਉਹ ਗੱਲ ਕਰਦੇ। ਲੇਕਿਨ ਪ੍ਰਭੂ ਯਿਸੂ ਫਿਰ ਚਲੇ ਗਏ, ਉਹ ਆਪਣੇ ਪਰਿਵਾਰ ਦੇ ਨਾਲ ਨਹੀਂ ਗਏ, ਉਹ ਉੱਥੇ ਚਲੇ ਗਏ। ਔਰ ਲੋਕਾਂ ਦੇ ਵਿੱਚ ਦੇਖੋ ਦੋਨੇ ਪਾਸੇ ਗੱਲ ਚੱਲਦੀ ਪਈ। ਇੱਕ ਤੁਸੀਂ ਇਹ ਕਹੋ ਕਿ ਭੁਚਾਲ ਆ ਚੁੱਕਾ ਹੈ, ਭੁਚਾਲ ਆ ਚੁੱਕਾ ਹੈ ਕਿ ਪ੍ਰਭੂ ਯਿਸੂ ਨੇ ਉਹਨਾਂ ਲੋਕਾਂ ਦੇ ਵਿੱਚ ਕਾਨਾਫੂਸੀ ਕਹਿੰਦੇ ਚੱਲਦੀ ਪਈ ਸੀਗੀ ਕਿ ਇਹ ਭਲਾ ਆਦਮੀ ਆ, ਕੋਈ ਉਹਨਾਂ ਨੂੰ ਕਹਿ ਰਿਹਾ ਕਿ ਨਹੀਂ ਇਹ ਪੁੱਠੇ ਰਸਤੇ ਪਾਉਂਦਾ ਪਰ ਕੋਈ ਵੀ ਖੁੱਲੇ ਆਮ ਗੱਲ ਨਹੀਂ ਸੀ ਕਰਦਾ। ਕਿਉਂ ਨਹੀਂ ਸੀ ਕਰਦਾ? ਯਹੂਦੀਆਂ ਤੋਂ ਡਰਦੇ ਸੀਗੇ, ਯਹੂਦੀਆਂ ਤੋਂ ਡਰਦੇ ਸੀਗੇ। ਯਹੂਦੀਆਂ ਨੂੰ ਕਿਹੜਾ ਇੱਕੋ ਹੀ ਤਾਂ ਵੈਪਨ ਸੀਗਾ, ਧਰਮ ਦੇ ਵਿੱਚੋਂ ਛੇਕ ਦੇ ਸਿੱਧੀ ਗੱਲ। ਉਹਦੇ ਨਾਲ ਤੇ ਕੋਈ ਲੈਣ ਦੇਣ ਨਹੀਂ ਕਰਦਾ ਸੀ, ਉਹਨਾਂ ਦੇ ਬੱਚਿਆਂ ਦੇ ਵਿਆਹ ਨਹੀਂ ਸੀ ਹੁੰਦੇ, ਸਾਰੀਆਂ ਚੀਜ਼ਾਂ ਨਾਲ ਨਹੀਂ। ਇਹਨੂੰ ਧਰਮ ਚ ਛੇਕ, ਹਰੇਕ ਬੰਦੇ ਨੂੰ ਧਰਮ ਚ ਛੇਕ। ਅਸੀਂ ਗਾਂਹ ਜਾ ਕੇ ਪੜ੍ਹਦੇ ਹਾਂ ਇਸ ਤੋਂ ਗਾਂਹ ਜਾ ਕੇ ਕਿ ਅੰਨਾ ਜਿਹੜਾ ਵਿਚਾਰਾ ਠੀਕ ਹੋਇਆ, ਇੱਕ ਵੱਡਾ ਮਿਰਾਕਲ ਉਹਨਾਂ ਦੇ ਸਾਹਮਣੇ ਆ, ਉਹਨਾਂ ਨੇ ਉਹਨੂੰ ਵੀ ਧਰਮ ਚ ਛੇਕ ਦਿੱਤਾ। Isn't it amazing? ਜਿੰਨੀ ਦੇਰ ਤੱਕ ਅੱਖਾਂ ਦਾ ਅੰਨਾ ਰਿਹਾ ਉਹਨੂੰ ਧਰਮ ਚ ਰੱਖਿਆ, ਹੁਣ ਉਹ ਦੇਖ ਸਕਦਾ ਤੇ ਉਹਨੂੰ ਧਰਮ ਚ ਛੇਕ। ਸੋ ਇਸ ਤੋਂ ਬਾਅਦ ਅਸੀਂ ਕੀ ਦੇਖਦੇ ਪਏ ਹਾਂ ਕਿ ਲੋਕਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਵਿਚਰਦੇ ਪਏ, ਉਹਨਾਂ ਦੇ ਨਾਲ ਉਹਨਾਂ ਨੂੰ ਸਿੱਖਿਆ ਦਿੰਦੇ ਪਏ। ਔਰ ਲੋਕ ਹੈਰਾਨ ਵੀ ਆ ਕਿ ਬਿਨਾਂ ਸਿੱਖਿਆ ਪ੍ਰਾਪਤ ਕੀਤੇ ਸਿੱਖਿਆ ਕਿਸ ਤਰ੍ਹਾਂ ਦੇ ਰਹੇ, ਕਿਉਂਕਿ ਜਿਹੜੇ ਉੱਥੇ ਬੇਸਿਕਲੀ ਹੁਣ ਜਿਹੜੇ ਸਾਰੇ ਸਿਖਾਉਣ ਵਾਲੇ ਆ ਉਹ ਸਾਰੇ ਯਰੂਸ਼ਲਮ ਦੇ ਵਿੱਚ ਹੀ ਬੈਠੇ ਆ ਨਾ। ਉਹ ਇੱਕ ਦੂਜੇ ਨੂੰ ਪੁੱਛਦੇ ਪਏ ਇਹ ਤੇਰਾ ਸਟੂਡੈਂਟ ਹੈ? ਨਹੀਂ। ਇਹ ਤੇਰਾ ਸਟੂਡੈਂਟ ਹੈ? ਨਹੀਂ। ਇਹ ਤੇਰਾ ਸਟੂਡੈਂਟ ਹੈ? ਨਹੀਂ। ਇਹਨੇ ਫਿਰ ਸਾਰੀਆਂ ਚੀਜ਼ਾਂ ਕਿੱਥੋਂ ਸਿੱਖੀਆਂ? ਔਰ ਜਿਸ ਲਈ ਅਸੀਂ ਇਸ ਤੋਂ ਅੱਗੇ ਵੱਧਦੇ ਪਏ ਹਾਂ ਤੇ ਹੁਣ ਇਹ 7 ਦਿਨ ਇਹ ਚੀਜ਼ਾਂ ਹੋ ਰਹੀਆਂ। ਹੁਣ ਉਹ 8ਵਾਂ ਦਿਨ ਆਇਆ, ਜਿਸ ਲਈ ਉਹ 8ਵਾਂ ਦਿਨ ਆਇਆ, ਤਿਉਹਾਰ ਦਾ ਅੰਤ ਆਇਆ ਤੇ ਉਹ ਪਾਣੀ ਲੈ ਕੇ, ਸ਼ਲੋਮ ਤੋਂ ਪਾਣੀ ਲੈ ਕੇ ਹੁਣ ਆ ਰਹੇ। ਔਰ ਪ੍ਰਭੂ ਯਿਸੂ ਮਸੀਹ ਉੱਥੇ ਮੰਦਿਰ ਦੇ ਵਿੱਚ ਖੜੇ। ਹੁਣ ਉਸਨੇ ਉਹ ਪਾਣੀ ਜਿਹੜਾ ਆ ਉਹ ਵੇਦੀ ਦੇ ਵਿੱਚ ਪਾਉਣਾ। ਜਿਸ ਲਈ ਉਹ ਪਾਣੀ ਪਾ ਰਿਹਾ, ਸਾਰੇ ਚੁੱਪ ਔਰ ਇੰਤਜ਼ਾਰ ਕਰਦੇ ਪਏ ਆ ਕਿ ਹੁਣ ਮਹਾਪੁਰੋਹਿਤ ਨੇ ਸਾਨੂੰ ਉਸਨੇ ਬਲੈਸਿੰਗ ਦੇਣੀ। ਔਰ ਪ੍ਰਭੂ ਯਿਸੂ ਮਸੀਹ ਉੱਥੇ ਇੱਕ ਚੀਜ਼ ਕਹਿ ਰਹੇ ਆ, ਉਹਨਾਂ ਨੇ ਉੱਚੀ ਆਵਾਜ਼ ਦੇ ਨਾਲ ਇਹ ਚੀਜ਼ ਕਹੀ। ਤਿਉਹਾਰ ਦੇ ਅੰਤਮ ਦਿਨ
ਪ੍ਰਮੁੱਖ ਦਿਨ ਯਿਸੂ ਨੇ ਖੜੇ ਹੋ ਕੇ ਉੱਚੀ ਆਵਾਜ਼ ਦੇ ਨਾਲ ਪੁਕਾਰ ਕੇ ਕਿਹਾ, ਜੇਕਰ ਕੋਈ ਤਿਹਾਇਆ ਹੈ ਤਾਂ ਉਹ ਮੇਰੇ ਕੋਲ ਆਏ ਤੇ ਪੀਏ। ਜਿਸ ਤਰ੍ਹਾਂ ਧਰਮ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਹ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਸਦੇ ਅੰਦਰੋਂ ਜੀਵਨ ਜਲ ਦੀਆਂ ਧਾਰਾਂ ਪੁੱਟ ਪੈਣਗੀਆਂ। ਪ੍ਰਭੂ ਯਿਸੂ ਮਸੀਹ ਨੇ ਇਹ ਪਵਿੱਤਰ ਆਤਮਾ ਦੇ ਲਈ ਕਿਹਾ ਸੀ, ਪਰ ਹਾਲੇ ਤੱਕ ਪਵਿੱਤਰ ਆਤਮਾ ਕਿਸੇ ਨੂੰ ਦਿੱਤੀ ਨਹੀਂ ਗਈ ਸੀ। ਸੋ ਉਸ ਤੋਂ ਬਾਅਦ ਜਿਸ ਲਈ ਲੋਕਾਂ ਨੇ ਉਸਨੂੰ ਇਹ ਕਹਿੰਦੇ ਸੁਣਿਆ ਤੇ ਉਹਨਾਂ ਨੇ ਕਿਹਾ ਇਹ ਸੱਚਮੁੱਚ ਆਉਣ ਵਾਲਾ ਨਬੀ, ਇਹ ਸੱਚਮੁੱਚ ਆਉਣ ਵਾਲਾ, ਕਿਉਂਕਿ ਇਹ ਜਿਹੜੀ ਚੀਜ਼ ਸੀ, ਆਹ ਜੋ ਸੀਗਾ, ਇਹ ਸਿਰਫ ਤੇ ਸਿਰਫ ਮਸੀਹ ਦੇ ਵਿੱਚ ਹੀ ਪੂਰਾ ਹੋਣਾ ਸੀ, ਹੋਰ ਕਿਸੇ ਦੇ ਵਿੱਚ ਪੂਰਾ ਨਹੀਂ ਸੀ ਹੋਣਾ। ਇਹ ਸਾਰੇ ਤਿਉਹਾਰ ਦਾ ਜਿਹੜਾ ਇੱਕੋ ਹੀ ਮਤਲਬ ਸੀ ਕਿ ਉਹ ਬਾਹਰ ਜਾ ਕੇ ਤੰਬੂ ਬਣਾ ਕੇ ਇਹਨਾਂ ਦਿਨਾਂ ਦੇ ਵਿੱਚ ਰਹਿੰਦੇ ਸੀ, ਆਪਣੇ ਘਰਾਂ ਦੇ ਵਿੱਚ ਨਹੀਂ ਸੀ ਸੌਂਦੇ। ਉਹ ਬੇਸ਼ੱਕ ਉਹ ਜਰੂਸਲਮ ਨਾ ਵੀ ਆਏ ਹੋਣ ਤੇ ਤਾਂ ਵੀ ਉਹ ਇਹ 7 ਦਿਨ ਬਾਹਰ ਤੰਬੂ ਲਾ ਕੇ ਸੌਂਦੇ ਸੀ, ਟੈਂਟ ਲਾ ਕੇ ਸੌਂਦੇ ਸੀ। ਔਰ ਇਹਨਾਂ ਦਿਨਾਂ ਦੇ ਵਿੱਚ ਉਹ ਯਾਦ ਕਰਦੇ ਸੀ ਕਿ ਸਾਡਿਆਂ ਪੁਰਖਿਆਂ ਨੂੰ ਪਰਮੇਸ਼ਵਰ ਨੇ ਮੰਨਾ ਖਾਣ ਨੂੰ ਦਿੱਤਾ, ਔਰ ਜਿੰਨੀ ਦੇਰ ਤੱਕ ਅਸੀਂ ਉਜਾੜ ਦੇ ਵਿੱਚ ਰਹੇ ਹਾਂ ਉਸਨੇ ਸਾਡੀ ਦੇਖਭਾਲ ਕੀਤੀ। ਔਰ ਫਿਰ ਇਹਨਾਂ 7 ਦਿਨਾਂ ਦੇ ਵਿੱਚ ਇਹ ਸਾਰਾ ਟੋਰਾ ਜਿਹੜਾ ਸੀਗਾ ਉਹ ਪੜ੍ਹਿਆ ਜਾਂਦਾ ਸੀ, ਜਿੱਦਾਂ ਅਸੀਂ ਪੜ੍ਹਦੇ ਪਏ ਹਾਂ ਵਰਸ ਬਾਈ ਵਰਸ, ਇਹ ਸਾਰਾ ਟੋਰਾ ਪੜ੍ਹਿਆ ਜਾਂਦਾ ਸੀ। ਤੁਰੇਤ ਪੜ੍ਹੀ ਜਾਂਦੀ ਸੀ, ਤੁਰੇਤ ਪੜ੍ਹਨ ਤੋਂ ਬਾਅਦ ਤੁਰੇਤ ਪਹਿਲੀਆਂ 5 ਕਿਤਾਬਾਂ ਤੁਰੇਤ ਪੜ੍ਹੀ ਜਾਂਦੀ ਸੀ। ਔਰ ਉਹ ਇਹਨਾਂ ਦਿਨਾਂ ਦੇ ਵਿੱਚ, ਉਹ ਇਹਨਾਂ 7 ਦਿਨਾਂ ਦੇ ਵਿੱਚ ਉਹ ਉਹਨਾਂ ਦੇ ਲਈ ਇਹ ਬਰਕਤ ਦਾ ਸਮਾਂ ਹੁੰਦਾ ਸੀ, ਯਾਦ ਕਰਨ ਦਾ ਸਮਾਂ ਹੁੰਦਾ ਸੀ ਆਪਣੇ ਆਪ ਨੂੰ, ਜਿਹੜੇ ਲੋਕ ਆ ਉਹ ਵਾਪਸ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਉਂਦੇ ਸੀ। ਇਸ ਕਰਕੇ ਇਹ ਬਹੁਤ ਪਵਿੱਤਰ ਤਿਉਹਾਰ ਸੀ, ਇਹ ਬਹੁਤ ਹੀ ਪਵਿੱਤਰ ਤਿਉਹਾਰ ਸੀ। ਔਰ ਇਸ ਕਰਕੇ ਜਿਸ ਵੇਲੇ ਉਹ ਪ੍ਰਭੂ ਯਿਸੂ ਨੇ ਇਹ ਚੀਜ਼ ਕਹੀ ਤੇ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਇਹ ਮੇਰੇ ਵਿੱਚ ਪੂਰਾ ਹੁੰਦਾ। ਤੁਹਾਡੇ ਪੁਰਖਿਆਂ ਨੇ ਪਾਣੀ ਵੀ ਪੀਤਾ, ਤੁਹਾਡੇ ਪੁਰਖਿਆਂ ਨੇ ਉਜਾੜ ਦੇ ਵਿੱਚ ਪਾਣੀ ਵੀ ਪੀਤਾ, ਤੁਹਾਡੇ ਪੁਰਖਿਆਂ ਨੇ ਉਜਾੜ ਦੇ ਵਿੱਚ ਮੰਨਾ ਵੀ ਖਾਧਾ, ਉਹ ਫਿਰ ਮਰ ਗਏ। ਇਹ ਪ੍ਰਭੂ ਯਿਸੂ ਉਹਨਾਂ ਨੂੰ ਪਹਿਲਾਂ ਸਿਖਾਉਂਦੇ ਆ ਰਹੇ ਸੀ। ਔਰ ਹੁਣ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੂੰ ਫੜਨ ਦੇ ਲਈ ਲੋਕਾਂ ਨੂੰ ਘੱਲਿਆ ਗਿਆ, ਪਹਿਰੇਦਾਰਾਂ ਨੂੰ ਘੱਲਿਆ ਗਿਆ, ਉਹ ਵੀ ਇਹ ਚੀਜ਼ ਸੁਣਦੇ ਪਏ, ਔਰ ਉਹ ਖਾਲੀ ਹੱਥ ਵਾਪਸ ਆ ਗਏ। ਸੋ ਦੇਖੋ 45 ਆਇਤ ਦੇਖੋ ਮੇਰੇ ਨਾਲ। ਇਸ ਲਈ ਅੱਛਾ ਇਹਦਾ ਕਰੇ ਕੋਈ ਜਣਾ 45 ਤੋਂ ਲੈ ਕੇ ਇਸ ਨੂੰ 53 ਤਾਈਂ ਪੜ੍ਹਦੇ। ਮੈਂ ਪੜ੍ਹਦੀ। ਇਸ ਲਈ ਮੰਦਿਰ ਦੇ ਪਹਿਰੇਦਾਰ ਵਾਪਸ ਮਹਾਪੁਰੋਹਿਤਾਂ ਅਤੇ ਫਰੀਸੀਆਂ ਕੋਲ ਮੁੜ ਗਏ। ਉਹਨਾਂ ਨੇ ਪਹਿਰੇਦਾਰਾਂ ਤੋਂ ਪੁੱਛਿਆ, ਤੁਸੀਂ ਉਸ ਨੂੰ ਆਪਣੇ ਨਾਲ ਕਿਉਂ ਨਹੀਂ ਲਿਆਏ? ਪਹਿਰੇਦਾਰਾਂ ਨੇ ਉੱਤਰ ਦਿੱਤਾ, ਇਸ ਮਨੁੱਖ ਦੀ ਤਰ੍ਹਾਂ ਅੱਜ ਤੱਕ ਕੋਈ ਨਹੀਂ ਬੋਲਿਆ। ਫਰੀਸੀਆਂ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਕਿਤੇ ਭਰਮ ਵਿੱਚ ਤੇ ਨਹੀਂ ਫਸ ਗਏ? ਕੀ ਅਧਿਕਾਰੀਆਂ ਵਿੱਚੋਂ ਕਿਸੇ ਨੇ ਜਾਂ ਫਰੀਸੀਆਂ ਵਿੱਚੋਂ ਕਿਸੇ ਨੇ ਉਸ ਉੱਤੇ ਵਿਸ਼ਵਾਸ ਕੀਤਾ ਹੈ? ਬਾਕੀ ਰਹੀ ਭੀੜ ਦੇ ਲੋਕਾਂ ਬਾਰੇ, ਇਹ ਤਾਂ ਵਿਵਸਥਾ ਨੂੰ ਜਾਣਦੇ ਨਹੀਂ, ਉਹ ਤਾਂ ਪਰਮੇਸ਼ਰ ਦੇ ਸਰਾਪ ਥੱਲੇ ਹਨ। ਨਿਕਦੇਮਸ ਜੋ ਉਹਨਾਂ ਵਿੱਚੋਂ ਇੱਕ ਸੀ ਅਤੇ ਉਹ ਯਿਸੂ ਕੋਲ ਪਹਿਲਾਂ ਜਾ ਚੁੱਕਾ ਸੀ, ਉਹਨਾਂ ਨੂੰ ਬੋਲਿਆ ਕਿ ਸਾਡੀ ਵਿਵਸਥਾ ਕਿਸੇ ਆਦਮੀ ਨੂੰ ਜਦੋਂ ਤੱਕ ਕਿ ਪਹਿਲੇ ਉਸ ਦੀ ਸੁਣ ਨਾ ਲਵੇ ਅਤੇ ਜਾਣ ਨਾ ਲਵੇ ਕਿ ਉਹ ਕੀ ਕਰਦਾ ਹੈ, ਦੋਸ਼ੀ ਕਹਿੰਦੀ ਹੈ। ਉਹਨਾਂ ਨੇ ਨਿਕਦੇਮਸ ਨੂੰ ਉੱਤਰ ਦਿੱਤਾ, ਕਿ ਤੂੰ ਵੀ ਗਲੀਲ ਦਾ ਰਹਿਣ ਵਾਲਾ ਹੈ? ਧਰਮ ਗ੍ਰੰਥ ਨੂੰ ਧਿਆਨ ਨਾਲ ਪੜ੍ਹ ਅਤੇ ਦੇਖ ਕੇ ਕੋਈ ਨਬੀ ਵੀ ਗਲੀਲ ਵਿੱਚ ਨਹੀਂ ਪੈਦਾ ਹੋਇਆ। ਇਸ ਦੇ ਪਿੱਛੋਂ ਹਰ ਕੋਈ ਆਪਣੇ ਆਪਣੇ ਘਰ ਨੂੰ ਚਲਾ ਗਿਆ। ਹਾਲੇ ਤੱਕ ਬਹੁਤ ਥੋੜੇ ਸਮੇਂ ਦੀ ਗੱਲ ਆ, 3 ਸਾਲਾਂ ਦੀ ਗੱਲ ਆ, ਜਿਸ ਵੇਲੇ ਉੱਥੇ ਦੇ ਸਾਰੇ ਬੱਚਿਆਂ ਨੂੰ ਮਾਰ ਦਿੱਤਾ ਗਿਆ ਸੀ। ਰਾਜਾ ਹੈਰੋਦੇਸ ਨੇ ਉਸ ਦੇ ਬੱਚਿਆਂ ਨੂੰ ਮਾਰ ਦਿੱਤਾ ਸੀ। ਕਾਹਦੇ ਲਈ ਮਾਰਿਆ ਸੀ? ਕੀ ਇਹਨਾਂ ਨੂੰ ਪਤਾ? ਕੀ ਇਹਨਾਂ ਨੂੰ ਪਤਾ ਨਹੀਂ? ਕੀ ਦੇਖੀ ਕਿ ਕਿਸ ਤਰ੍ਹਾਂ ਇਹਨਾਂ ਦੀ ਮੱਤ ਪ੍ਰਭੂ ਨੇ ਮਾਰੀ ਹੋਈ। ਪਤਾ ਕਿਉਂ ਮਾਰੀ ਹੋ? ਇਹਨਾਂ ਦੀ ਮੱਤ ਪਤਾ ਕਿਉਂ ਮਾਰੀ ਹੋ? ਇਸ ਦੀ 49 ਆਇਤ ਨੂੰ ਧਿਆਨ ਦੇ ਨਾਲ ਲੋਕਾਂ ਦੇ ਬਾਰੇ ਕੀ ਕਹਿ ਰਹੇ। 49 ਆਇਤ ਵਿੱਚ ਉਹ ਕਹਿ ਰਹੇ ਆ, ਬਾਕੀ ਰਹੀ ਭੀੜ ਦੇ ਲੋਕਾਂ ਦੇ ਬਾਰੇ, ਇਹ ਤਾਂ ਵਿਵਸਥਾ ਨੂੰ ਜਾਣਦੇ ਨਹੀਂ, ਇਹ ਤਾਂ ਪਰਮੇਸ਼ਵਰ ਦੇ ਸਰਾਪ ਥੱਲੇ ਹਨ।
ਰੀਅਲੀ ਜੌਬ ਕਿਹਦੀ ਸੀ ਉਹਨਾਂ ਨੂੰ ਵਿਵਸਥਾ ਸਿਖਾਉਣ ਦੀ। ਪ੍ਰਭੂ ਨੇ ਇਹ ਜਿਹੜੇ ਸਾਰੇ ਪ੍ਰੋਹਤ ਆਏ ਲੇਵੀ ਖਾਨਦਾਨ ਦੇ ਵਿੱਚੋਂ ਆ, ਇਹ ਸਾਰੇ ਇਹਨਾਂ ਨੂੰ ਸਾਰੀ ਸੰਗਤ, ਸਾਰੀ ਜਿਹੜੀ ਕਾਂਗਰੀਗੇਸ਼ਨ ਆ, ਸਾਰੇ ਜਿਹੜੇ ਪ੍ਰਭੂ ਦੇ ਲੋਕ ਆ, ਇਹਨਾਂ ਨੂੰ ਪਾਲਦੇ ਪਏ ਆ। ਇਹਨਾਂ ਤੱਕ ਸਾਰੀਆਂ ਚੀਜ਼ਾਂ ਲੈ ਕੇ ਵਿਵਸਥਾ ਸਿਖਾਉਣ ਦਾ ਕਿਹਨੇ ਸਿਖਾਉਣੀ ਸੀ ਵਿਵਸਥਾ? ਸੋ ਜੇ ਲੋਕਾਂ ਨੂੰ ਵਿਵਸਥਾ ਦਾ ਪਤਾ ਨਹੀਂ ਤੇ ਇਹਦਾ ਮਤਲਬ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਤੇ ਸਰਾਫ ਦੇ ਥੱਲੇ ਉਹ ਕਿਉਂ? ਇੱਥੇ ਧਿਆਨ ਦੇ ਨਾਲ ਦੇਖੋ, ਜੇਕਰ ਅਸੀਂ ਧਿਆਨ ਦੇ ਨਾਲ ਇੱਥੇ ਦੇਖੀਏ, ਇਹੋ ਹੀ ਇੱਕ ਗਰੁੱਪ ਆ ਨਿਕੋਦੀਮਸ ਤੋਂ ਇਲਾਵਾ, ਇਹੋ ਹੀ ਇੱਕ ਗਰੁੱਪ ਆ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਪੈ ਰਿਹਾ, ਜਿਹੜੇ ਵਿਵਸਥਾ ਆਪਣੀਆਂ ਅੱਖਾਂ ਦੇ ਮੂਹਰੇ ਪੂਰੀ ਹੁੰਦੀ ਦੇਖਦੇ ਪਏ। ਅਸੀਂ ਕਹਿੰਦੇ ਨਾ ਵਿਵਸਥਾ ਸਾਰੀ ਦੀ ਸਾਰੀ ਮਸੀਹ ਦੇ ਵਿੱਚ ਪੂਰੀ ਹੋਈ। ਸੋ ਅਸੀਂ ਇਸ ਵੇਲੇ ਵਿਵਸਥਾ ਪੜ੍ਹਦੇ ਪਏ, ਜਿੱਥੋਂ ਅਸੀਂ ਪੜ੍ਹਦੇ ਪਏ ਆ ਨਾ ਲੇਵੀਆਂ ਦੀ ਪੋਥੀ, ਉਹ ਵਿਵਸਥਾ ਹੈ। ਅਸੀਂ ਉਹ ਪੜ੍ਹਦੇ ਪਏ ਔਰ ਇਹ ਦੇਖਦੇ ਪਏ ਕਿ ਕਿਸ ਤਰ੍ਹਾਂ ਜਿਹੜੀ ਵਿਵਸਥਾ ਆ ਉਹ ਮਸੀਹ ਦੇ ਵਿੱਚ ਪੂਰੀ ਹੁੰਦੀ ਪਈ। ਸੋ ਇਹ ਦੇਖਦੇ ਨਹੀਂ ਪਏ ਕਿ ਵਿਵਸਥਾ ਸਾਰੀ ਦੀ ਸਾਰੀ ਮਸੀਹ ਦੇ ਵਿੱਚ ਪੂਰੀ ਹੁੰਦੀ ਪਈ, ਯਿਸੂ ਦੇ ਵਿੱਚ ਪੂਰੀ ਹੁੰਦੀ ਪਈ। ਹਾਂ, ਪਹਿਲਾਂ ਵੀ ਯਿਸੂ ਬਥੇਰੇ ਆਏ ਜਿਹੜੇ ਆਪਣੇ ਆਪ ਨੂੰ ਮਸੀਹਾ ਕਹਿੰਦੇ ਸੀ, ਹਾਲੇ ਵੀ ਬਥੇਰੇ ਤੁਰੇ ਫਿਰਦੇ ਉੱਥੇ ਜਿਹੜੇ ਆਪਣੇ ਆਪ ਨੂੰ ਮਸੀਹ ਕਹਿੰਦੇ। ਲੇਕਿਨ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ। ਸੋ ਇਸੇ ਕਰਕੇ ਜਿਹੜੇ ਦੇਖੋ ਉਹਨਾਂ ਦੀ ਸਮਝ ਤੇ ਨਹੀਂ ਆ ਰਿਹਾ, ਜਿਹੜੇ ਫੜਨ ਦੇ ਲਈ ਘੱਲੇ ਆ ਉਹਨਾਂ ਦੇ ਦਿਲ ਨੂੰ ਪ੍ਰਭੂ ਦੇ ਸ਼ਬਦ ਛੂ ਗਏ ਆ, ਉਹ ਵਿਚਾਰੇ ਕਾਮੇ ਆ। ਉਹ ਯਿਸੂ ਨੂੰ ਉਹਨਾਂ ਨੇ ਫੜਿਆ ਨਹੀਂ ਔਰ ਇੱਥੇ ਕਿਤੇ ਨਹੀਂ ਲਿਖਿਆ ਕਿ ਉਹ ਲੋਕਾਂ ਤੋਂ ਡਰਦੇ ਸੀ। ਲੋਕਾਂ ਦੇ ਡਰ ਦੇ ਕਾਰਨ ਉਹਨਾਂ ਨੇ ਯਿਸੂ ਨੂੰ ਫੜਿਆ ਨਹੀਂ। ਜਿਸ ਲਈ ਜਿੰਨੀ ਵਾਰੀ ਵੀ ਇਹ ਲੋਕਾਂ ਦੇ ਡਰ ਦੀ ਗੱਲ ਆਉਣੀ ਆ ਨਾ, ਉਹ ਫਰੀਸੀਆਂ ਤੇ ਆਉਣੀ ਕਿ ਫਰੀਸੀ ਲੋਕਾਂ ਤੋਂ ਡਰਦੇ ਸੀ, ਇਸ ਕਰਕੇ ਉਹਨਾਂ ਨੇ ਯਿਸੂ ਨੂੰ ਹੱਥ ਨਹੀਂ ਪਾਇਆ। ਇੱਥੇ ਫੜਨ ਦੇ ਲਈ ਘੱਲਿਆ ਇਹਨਾਂ ਲੋਕਾਂ ਨੇ, ਜਿਹੜੇ ਪਹਿਰੇਦਾਰ ਗਏ ਆ, ਉਹਨਾਂ ਨੇ ਲੋਕਾਂ ਦੇ ਡਰ ਤੋਂ ਨਹੀਂ, ਇਹ ਲੋਕਾਂ ਤੋਂ ਨਹੀਂ ਉਹ ਡਰੇ। ਉਹ ਕਹਿ ਰਹੇ ਆ, ਦੇਖੋ ਕਿਸ ਤਰ੍ਹਾਂ ਕਹਿ ਰਹੇ, ਲੋਕਾਂ ਦੇ ਵਿੱਚ ਦੇਖੋ ਸਾਰੇ ਲੋਕਾਂ ਦੇ ਅੱਖ ਔਰ ਕੰਨ ਖੋਲਦੇ ਪਏ ਆ। ਭੀੜ ਨੇ, ਕੁਝ ਲੋਕਾਂ ਨੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਬੋਲੇ, ਇਹ ਸੱਚਮੁੱਚ ਆਉਣ ਵਾਲਾ ਨਬੀ। ਕਿੱਦਾਂ ਪਰਦੇ ਚੁੱਪ ਹੋਣ ਲੱਗ ਪਏ ਲੋਕਾਂ ਦੇ, ਕਿਉਂਕਿ ਉਹ ਤਿਉਹਾਰ ਮਨਾ ਰਹੇ ਆ। ਉਹ ਤਿਉਹਾਰ ਮਨਾ ਰਹੇ ਆ ਇਸ ਵੇਲੇ। ਉਹਨਾਂ ਦੇ 3 ਤਿਉਹਾਰ 1 2 3 15 ਦਿਨ ਦੇ 15 ਬੇਸਿਕਲੀ 22 ਦਿਨਾਂ ਦੇ ਵਿੱਚ ਉਹਨਾਂ ਦੇ 3 ਤਿਉਹਾਰ ਲਾਗੇ ਮਨਾਏ ਜਾਂਦੇ ਸੀ। ਕਿਉਂਕਿ ਹੁਣ ਉਹਨਾਂ ਨੇ ਬੇਲ ਪਾ ਲਈ, ਉਹਨਾਂ ਨੇ ਵਾਢੀ ਕਰ ਲਈ ਹੈ, ਸਾਰਾ ਕੁਝ ਹੋ ਗਿਆ, ਬੇਲ ਪਾ ਲਈ। ਸਿਆਲ ਹਲੇ ਆਇਆ ਨਹੀਂ, ਸਤੰਬਰ ਦਾ ਮਹੀਨਾ ਆ ਬੇਸਿਕਲੀ ਚੱਲਦਾ ਪਿਆ। ਸੋ ਭੀੜ ਦੇ ਕੁਝ ਲੋਕਾਂ ਨੇ ਇਹ ਕਹਿੰਦੇ ਸੁਣਿਆ। ਕੀ ਕਹਿੰਦੇ ਸੁਣਿਆ? ਜੇ ਕੋਈ ਤਿਹਾਇਆ ਤਾਂ ਮੇਰੇ ਕੋਲ ਆਏ। ਉਹ ਕੀ ਕਹਿੰਦੇ ਪਏ ਆ ਜਿਸ ਲਈ ਉਹ ਜਾ ਰਹੇ ਆ ਕਿ ਪ੍ਰਭੂ ਪਰਮੇਸ਼ਵਰ ਸਾਡੀ ਸਾਰਿਆਂ ਦੀ, ਜਿਸਨੇ ਸਾਡੀ ਪਿਆਸ ਬੁਝਾਈ, ਜਿਸਨੇ ਸਾਨੂੰ ਵੀਰਾਨੇ ਦੇ ਵਿੱਚ ਪਾਣੀ ਪੀਣ ਦੇ ਲਈ ਦਿੱਤਾ, ਜਿਸਨੇ ਚਟਾਨ ਦੇ ਵਿੱਚੋਂ ਪਾਣੀ ਦਾ ਫੁਹਾਰਾ ਵਗਾਇਆ ਔਰ ਉੱਥੇ ਪਾਣੀ ਇੰਨਾ ਸੀ ਕਿ ਪਾਣੀ ਦੀ ਲੇਕ ਲੱਗ ਗਈ। ਪਾਣੀ ਜਿੱਥੋਂ ਸਾਡੇ ਜਾਨਵਰਾਂ ਨੇ ਪੀਤਾ, ਜਿੱਥੋਂ ਅਸੀਂ ਪੀਤਾ। ਉਸ ਚੀਜ਼ ਨੂੰ ਯਾਦ ਕਰਦੇ ਪਏ। ਬਾਕੀ ਜਿਸ ਵੇਲੇ ਅਨਾਜ ਦੀਆਂ ਭੇਟਾਂ ਦਿੱਤੀਆਂ ਜਾ ਰਹੀਆਂ, ਜਿਸ ਵੇਲੇ ਲੇਲਿਆਂ ਦੀਆਂ ਜਿਹੜੀਆਂ ਭੇਟਾਂ ਦਿੱਤੀਆਂ ਜਾ ਰਹੀਆਂ, ਉਹ ਸਾਰਾ ਕੁਝ ਰੁਕ ਗਿਆ। ਇਹ ਲਾਸਟ ਦਿਨ, ਇਹ ਆਖਰੀ ਦਿਨ। ਔਰ ਉਹ ਇਸ ਚੀਜ਼ ਦੇ ਲਈ ਸ਼ੁਕਰ ਕਰਦੇ ਪਏ ਕਿ ਸਾਡੀ ਪਿਆਸ ਹੁਣ ਉਹੀ ਬੁਝਾਊ ਜਿਹੜਾ ਮਸਾਇਆ ਪ੍ਰਭੂ ਨੇ ਕਰਨਾ। ਉਹ ਸਾਡੀ ਸਦਾ ਦੀ ਪਿਆਸ ਬੁਝਾਏਗਾ। ਔਰ ਪ੍ਰਭੂ ਯਿਸੂ ਮਸੀਹ ਉੱਥੇ ਖੜੇ ਹੋ ਕੇ ਇਹ ਕਹਿ ਰਹੇ ਆ, ਜੇ ਕੋਈ ਤਿਹਾਇਆ ਤਾਂ ਮੇਰੇ ਕੋਲ ਆਏ, ਉਸਦੇ ਅੰਦਰੋਂ ਜੀਵਨ ਜਲ ਦੀਆਂ ਧਾਰਾਂ ਫੁੱਟਣ। ਕਿਸ ਗਰੁੱਪ ਦੇ ਪੱਲੇ ਕੱਖ ਨਹੀਂ ਪਿਆ? ਫਰੀਸੀਆਂ ਦੇ ਨਹੀਂ ਪਿਆ। ਕਿਉਂ ਨਹੀਂ ਪਿਆ? ਕਿਉਂਕਿ ਉਹ ਕੀ ਕਹਿੰਦੇ ਪਏ ਆ, ਇਹ ਤਾਂ ਲੋਕ ਮੂਰਖ,
ये व्यवस्था नूं नहीं जानते और ये सारे दे सारे शराब दे थल्ले। कितनी अजीब चीज है कि उन्होंने माफी प्राप्ति दे लई भी बलि दिती। इन्हां प्रोतां ने अपनी माफी प्राप्ति दे लई भी उदां ही बलि दिती है जिद्दां लोकां दी दिती। इन्होंने जिस दिन माफी प्राप्ति की बलि दी है तो उस दिन पुरोहितां दे परिवार दा पुरोहित ते महापुरोहित ते उसदे परिवार ने बाहर बलि दी है। उस बलि दे विचों उसदे गुर्दे और उसकी चर्बी जो वेदी दे उत्ते चढ़ाई गई है और बाकी दी जिहड़ी बलि है उसनूं लैके वो पहुंचे हैगे शहर तो बाहर, जेरूसलम तो बाहर, और उत्थे जाके उन्होंने उसनूं साड़िया, सारी दी सारी, और फिर सारा दिन व्रत रखे। और फिर जिसले सूरज डुब गया तो फिर उन्होंने अपना व्रत खोल लिया, क्योंकि सूरज डुबण ते अगला दिन चढ़ता। अगला दिन वो मानते, असं 12 बजे मानते हैं अगला दिन चढ़ता, लेकिन वो सूरज डुबण ते अगला दिन मानते कि अगला दिन चढ़ गया। फिर उन्होंने उस ही दिन 12 कबीलियां दे जिहड़े सरदार उन्होंने इकट्ठे किया, उन्होंने बलि दे उत्ते अपना हाथ रखे और इस दिन जिहड़ी वो बलि दिंदे सीगे ਉਹ ਜਿਹੜੀ बलि हुंदी सी बछड़े की बलि दिंदे सी पाप की माफी दे लई। क्यों? ਉਹਨਾਂ ਨੂੰ याद कराया ਜਾਂਦਾ ਸੀ बछड़े की बलि दे के कि ਅਸੀਂ बराने दे विच बछड़ा बनाया सी। इस करके वो याद, हर एक चीज याद कराई जाती सी, हर एक चीज उन्होंने याद कराई जाती सी। ये उन्होंने लिए देखण वाली चीज सी, देखते सी की हो रहा। सो फिर 12 सरदार आउंदे सी तो वो उसके उत्ते हथ रखते सी, वारी अनुसार जिहड़ा एक जिहड़ा सीगा उसकी बलि दिंदा सी, उसी तरह उसका लहू जिहड़ा अंदर वेदी ते छिड़किया जांदा सी, फिर अंदर धूफ की बलि वेदी ते, फिर उस तो बाद बाहर आके जिहड़े वेदी दे सिंह हुंदे सी उन्हां ते लाया जांदा सी, फिर बाकी दा जिहड़ा वेदी दे थल्ले डोल दिता जांदा सी और फिर वो उसदे बाकी दिन नूं लैके फिर शहर तो बाहर जांदे सी और उत्थे जाके वो फिर उसनूं साड़ दिंदे सी। छतरियां दीयां भी बलियां दित्तियां जांदियां सी, एक प्रभु दे लई और दूसरी शैतान दे लई। क्यों शैतान दे लई? क्योंकि वो जिहड़ा कि एक दे नाल जिहड़ा पाप आ उहदी कीमत दित्ती गई और दूसरा जिहड़ा उस पाप दा ते पिछे जिहड़ा इल्जाम लाउण वाला और जिहड़ा बार बार उसनूं याद कराउण वाला एक बलि उसदी दित्ती गई, क्योंकि वो हाले तक जिंदा आ, हाले तक उसनूं थल्ले नरक दी अग दे विच नहीं घल्लिया गया। इस करके वो जिहड़ी बलि उसदे सिंगां दे उत्ते लाल फीता बन के तो उसनूं रिबन बन के तो उसनूं शहर तो बाहर दूर जाके जंगल दे विच छड्ड दित्ता जांदा सी। सो असीं की देखदे पए ते इन्हां सारियां बलियां तो बाद भी, माफी प्राप्ति दी बलि तो बाद भी, सारा कुछ करके भी फिर भी कहिंदे पए आ कि ये तां सराफ दे थल्ले। पर देखो असल दे विच सराफ दे थल्ले कौन आ? जिहड़े उन्होंने बंदे घल्ले आ, उन्होंने यसू नूं हथ नहीं पाया। प्रभु यसू मसीह ने जिसलिए अपनी सिक्ख्या देनी शुरू की द्वारा आके मंदिर दे विच, ते लोकां दा हौसला नहीं पैंदा कहण दे लई, क्योंकि पुरोहितां तो डरदे वो इस चीज तो डरदे आ कि किते सानूं इह धर्म दे विचों छेक ना दे। और फिर असीं ये देखदे पए आ कि जिसले प्रभु यसू मसीह ने यह चीज कही आ, ना तो जिहड़े उन्होंने पहरेदार घल्ले आ उन्होंने किसी ने हथ पाया और उस तो बाद लोगों ने सीधा सीधा कहना शुरू कर दिया कि मसीह तो नहीं, कि मसीह तो नहीं। Isn't that amazing? देखो किद्दां असीं पढ़दे पए लेवियां दी पोथी जुड़दी इत्थे आके पई, पोथी सानू इत्थे आके जुड़दी पई और फिर सिर्फ ते सिर्फ निकोडेमस ने एक सवाल उठाया। उसने ये चीज कही कि
ਨਿਕੋਦੇਮਸ ਜੋ ਉਹਨਾਂ ਦੇ ਵਿੱਚੋਂ ਇੱਕ ਸੀ, ਉਹ ਯਿਸੂ ਦੇ ਕੋਲ ਪਹਿਲਾਂ ਜਾ ਚੁੱਕਾ ਸੀ। ਤੀਸਰਾ ਭਾਗ ਜਿੱਥੋਂ ਸਾਨੂੰ 3:16 ਮਿਲੀ, ਔਰ ਜਿੱਥੇ ਪ੍ਰਭੂ ਯਿਸੂ ਨੇ ਨਿਕੋਦੇਮਸ ਦੇ ਨਾਲ ਗੱਲ ਕੀਤੀ ਹੈ। ਔਰ ਨਿਕੋਦੇਮਸ ਨੇ ਵੀ ਜਾ ਕੇ ਕਿਹਾ ਸੀ ਕਿ ਜਿਸ ਤਰ੍ਹਾਂ ਦੇ ਕੰਮ ਤੁਸੀਂ ਕਰਦੇ, ਜਿਸ ਤਰ੍ਹਾਂ ਦੇ ਕੰਮ ਤੂੰ ਕਰਦਾ, ਕਦੀ ਨਹੀਂ ਦੇਖਿਆ। Something is different. ਔਰ ਫਿਰ ਉਸਨੇ ਜਿਹੜਾ ਸਵਾਲ ਜਿਹੜਾ ਉਹਦੇ ਮਨ ਚ ਵਿੱਚ ਸੀਗਾ ਰੜਕਦਾ, ਉਹ ਪ੍ਰਭੂ ਯਿਸੂ ਮਸੀਹ ਨੇ ਉਸਨੂੰ ਛੇੜਿਆ। ਔਰ ਹੁਣ ਇੱਥੇ ਆ ਕੇ ਜੇ ਉਸਨੇ ਹੌਸਲਾ ਕੀਤਾ, ਹੋਰ ਕੋਈ ਨਹੀਂ ਬੋਲਦਾ ਪਿਆ। ਨਿਕੋਦੇਮਸ ਨੇ ਹੌਸਲਾ ਕੀਤਾ। ਨਿਕੋਦੇਮਸ ਜੋ ਉਹਨਾਂ ਦੇ ਵਿੱਚੋਂ ਇੱਕ ਸੀ, ਜੋ ਪਹਿਲਾਂ ਯਿਸੂ ਦੇ ਕੋਲ ਜਾ ਚੁੱਕਾ ਸੀ, ਉਹ ਉਹਨਾਂ ਨੂੰ ਬੋਲਿਆ ਕਿ ਸਾਡੀ ਵਿਵਸਥਾ, ਜੇ ਇਹ ਬਾਕੀਆਂ ਨੂੰ ਵਿਵਸਥਾ ਨਹੀਂ ਆਉਂਦੀ, ਮੈਂ ਤਾਂ ਵਿਵਸਥਾ ਪੜ੍ਹੀ ਹੈ, ਜਿਸ ਲਈ ਉਹਨਾਂ ਨੇ ਕਿਹਾ ਕਿ ਇਹ ਤਾਂ ਸਾਰੇ ਸ਼ਰਾਬ ਦੇ ਥੱਲੇ, ਇਹਨਾਂ ਨੂੰ ਤਾਂ ਵਿਵਸਥਾ ਹੀ ਨਹੀਂ ਆਉਂਦੀ। ਉਸਨੇ ਕਿਹਾ ਵੀ ਮੈਨੂੰ ਤਾਂ ਆਉਂਦੀ ਆ ਨਾ। ਕਿ ਸਾਡੀ ਵਿਵਸਥਾ ਕਿਸੇ ਆਦਮੀ ਨੂੰ ਜਦੋਂ ਤੱਕ ਪਹਿਲੇ ਉਸਨੂੰ ਸੁਣ ਨਾ ਲਵੇ, ਜਾਣ ਨਾ ਲਵੇ ਕਿ ਉਹ ਕੀ ਕਰਦਾ ਹੈ, ਦੋਸ਼ੀ ਕਹਿੰਦੀ ਹੈ। ਕਿਉਂਕਿ ਨਿਕੋਦੇਮਸ ਨੇ ਸੁਣਿਆ ਵੀ ਸੀਗਾ ਤੇ ਜਾਣਿਆ ਵੀ ਸੀਗਾ। ਨਿਕੋਦੇਮਸ ਦੇ ਲਈ ਪ੍ਰਭੂ ਨੇ ਥੋੜਾ ਜਿਹਾ ਜਿਹੜਾ ਮੰਦਿਰ ਦਾ ਪਰਦਾ ਉਹਨੂੰ ਹਟਾ ਕੇ ਦਿਖਾਇਆ ਸੀ ਕਿ ਅੰਦਰੋਂ ਕੌਣ ਬੋਲਦਾ ਹੈ, ਅੰਦਰੋਂ ਕੌਣ ਬੋਲਦਾ। ਸੋ ਫਿਰ ਉਹਨਾਂ ਨੇ ਉਸਨੂੰ ਕਿਹਾ ਕਿ ਤੂੰ ਵੀ ਗਲੀਲ ਦਾ ਰਹਿਣ ਵਾਲਾ ਹੈ? ਧਰਮ ਗ੍ਰੰਥ ਨੂੰ ਧਿਆਨ ਦੇ ਨਾਲ ਪੜ੍ਹ ਅਤੇ ਦੇਖ, ਕੋਈ ਨਬੀ ਗਲੀਲ ਦੇ ਵਿੱਚ ਪੈਦਾ ਨਹੀਂ ਹੋਇਆ। ਪ੍ਰਭੂ ਯਿਸੂ ਮਸੀਹ ਨੇ ਗਲੀਲ ਦੇ ਨਾਸਰਤ ਇਲਾਕੇ ਦੇ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਸੀ, ਔਰ ਗਲੀਲ ਦੇ ਵਿੱਚ ਉਹ ਪੈਦਾ ਨਹੀਂ ਸੀ। ਪੈਦਾ ਪ੍ਰਭੂ ਯਿਸੂ ਮਸੀਹ ਬੈਤਲਹਮ ਦੇ ਵਿੱਚ ਹੋਏ ਸੀ, ਦਾਊਦ ਦੇ ਘਰਾਣੇ ਦੇ ਵਿੱਚ। ਔਰ ਬੈਤਲਹਮ ਦੇ ਵਿੱਚ ਹੀ ਬੱਚਿਆਂ ਨੂੰ ਮਾਰਿਆ ਗਿਆ ਸੀ। ਔਰ ਇਹਨਾਂ ਨੇ ਹੀ, ਧਰਮ ਗ੍ਰੰਥੀਆਂ ਨੇ ਹੀ ਹੈਰੋਦੇਸ ਨੂੰ ਦੱਸਿਆ ਸੀਗਾ ਯਿਸੂ ਮਸੀਹ ਦਾ ਐਡਰੈਸ। ਇਹ ਬੈਤਲਹਮ, ਤੂੰ ਬੇਸ਼ੱਕ ਛੋਟਾ, ਪਰ ਫਿਰ ਵੀ ਤੂੰ ਕਿਸੇ ਤੋਂ ਘੱਟ ਨਹੀਂ। ਸੋ ਬੈਤਲਹਮ ਜਿਹੜਾ ਉਸ ਇਲਾਕੇ ਦਾ ਸੀਗਾ, ਉਸ ਦੇ ਵਿੱਚ ਉਹਨਾਂ ਨੇ ਉਸਨੂੰ ਘੱਲਿਆ ਕਿ ਜਿਹੜਾ ਜਨਮ ਹੋਣਾ ਸੀਗਾ, ਉਸੇ ਦਾ ਤੇ ਜਿਹਨੇ ਆਉਣਾ ਉਹਨੇ ਬੈਤਲਹਮ ਦੇ ਵਿੱਚ ਆਉਣਾ ਸੀ। ਔਰ ਅੱਜ ਤੋਂ 30-31 ਸਾਲ ਪਹਿਲਾਂ ਬੱਚਿਆਂ ਨੂੰ ਉੱਥੇ ਮਾਰਿਆ ਗਿਆ ਜਨਮ। ਲੇਕਿਨ ਫਿਰ ਵੀ ਪ੍ਰਭੂ ਨੇ ਕਿੰਨਾ ਇਹਨਾਂ ਦੀ ਅੱਖਾਂ ਦੇ ਉੱਤੇ ਮੋਟਾ ਪਰਦਾ ਪਾਇਆ ਕਿ ਇਹ ਦੇਖਦਿਆਂ ਹੋਇਆਂ ਦੇਖਦੇ ਨਹੀਂ, ਸੁਣਦਿਆਂ ਹੋਇਆਂ ਸੁਣਦੇ ਨਹੀਂ, ਜਿਸ ਤਰ੍ਹਾਂ ਪ੍ਰਭੂ ਦਾ ਵਚਨ ਕਹਿੰਦਾ। ਔਰ ਮੁਕਤੀ ਦਾਤਾ ਇਹਨਾਂ ਦੀਆਂ ਅੱਖਾਂ ਦੇ ਮੋਹਰੇ ਆ, ਔਰ ਹਰ ਇੱਕ ਕੰਮ ਜੋ ਵਿਵਸਥਾ ਦੇ ਵਿੱਚ ਕਿਹਾ ਗਿਆ ਉਹ ਪੂਰਾ ਹੋ ਰਿਹਾ। ਆਪਣੀ ਸੰਪੂਰਨਤਾ ਦੇ ਵਿੱਚ ਵਿਵਸਥਾ ਮਸੀਹ ਦੇ ਵਿੱਚ ਪੂਰੀ ਹੋ ਰਹੀ, ਲੇਕਿਨ ਉਹ ਦੇਖਦੇ ਨਹੀਂ ਪਾਏ। ਸੋ ਅਸੀਂ ਇਹਨਾਂ ਸਾਰੇ ਤਿਉਹਾਰਾਂ ਦਾ ਜੋ ਪ੍ਰਭੂ ਨੇ ਦਿੱਤੇ ਆ, ਔਰ ਅੱਗੇ ਜਾ ਕੇ ਵੀ ਅਸੀਂ ਦੇਖਾਂਗੇ ਇਹ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰੇ ਹੁੰਦੇ ਪਏ। ਅਸੀਂ ਹੁਣ ਤੱਕ ਦੇਖ ਚੁੱਕੇ ਹਾਂ ਕਿਸ ਤਰ੍ਹਾਂ ਪੈਂਟੇਕਾਸਟ ਪੂਰਾ ਹੁੰਦਾ ਪਿਆ, ਕਿਸ ਤਰ੍ਹਾਂ ਅਸੀਂ ਦੇਖਦੇ ਪਏ ਹਾਂ ਕਿ ਇਹਨਾਂ ਨੂੰ ਜਿਹੜਾ ਉਹਨਾਂ ਨੇ ਸਭ ਤੋਂ ਐਕਚੁਅਲੀ ਜਿਹੜਾ ਸਭ ਤੋਂ ਮੇਨ ਚੀਜ਼ ਜਿਹੜੀ ਸਭ ਤੋਂ ਪਹਿਲਾਂ ਪ੍ਰਭੂ ਨੇ ਦਿੱਤੀ ਆ, ਉਹ ਦਿੱਤੀ ਹੈਗੀ ਸਬਤ ਦਾ ਆਰਾਮ। ਔਰ ਫਿਰ ਉਹਨਾਂ ਨੂੰ ਪਸਾਹ ਦਾ ਤਿਉਹਾਰ, ਠੀਕ, ਔਰ ਫਿਰ ਵੱਖਰੇ ਤਿਉਹਾਰ ਜਿਹੜੇ ਅਸੀਂ ਦੇਖਦੇ ਪਏ, ਨਵੇਂ ਸਾਲ ਦਾ ਤਿਉਹਾਰ, ਵਾਢੀ ਦਾ ਤਿਉਹਾਰ, ਅਸੀਂ ਉਹ ਸਾਰੇ ਦੇਖਦੇ ਪਏ। ਔਰ ਹੁਣ ਅਸੀਂ ਪ੍ਰਭੂ ਨੇ ਚਾਹਿਆ ਤੇ ਕੱਲ ਨੂੰ ਅਸੀਂ 24, 25, 26 ਚੈਪਟਰ ਦੇਖਾਂਗੇ, ਔਰ ਉਸ ਦੇ ਵਿੱਚ ਸਾਰੀਆਂ ਚੀਜ਼ਾਂ ਜੋ ਪ੍ਰਭੂ ਦੇ
ਪ੍ਰਭੂ ਦੇ ਚੜਾਵੇ ਦੇ ਲਈ ਆਉਂਦੀਆਂ ਸੀ ਕਿ ਪ੍ਰਭੂ ਦੀਆਂ ਪ੍ਰਭੂ ਨੇ ਉਹਨਾਂ ਨੂੰ ਚੇਤਾਵਨੀਆਂ ਦੇਣੀਆਂ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਜਿੱਥੇ ਜਾ ਰਹੇ ਆ ਕਿੱਦਾਂ ਤੁਸੀਂ ਉਹਨੂੰ ਉੱਥੇ ਜਾ ਕੇ ਆਪਣੇ ਆਪ ਨੂੰ ਬਚਾਉਣਾ, ਕਿਸ ਤਰ੍ਹਾਂ ਮੈਂ ਤੁਹਾਡੇ ਨਾਲ ਨਾਲ ਹੋਊਂਗਾ। ਪ੍ਰਭੂ ਨੇ ਇਹਨਾਂ ਲੋਕਾਂ ਦੇ ਉੱਤੇ ਬੜੀ ਕਿਰਪਾ ਕੀਤੀ ਸੀ। ਅਸੀਂ ਉਸ ਨੂੰ ਦੇਖਦੇ ਪਏ ਹਾਂ ਕਿ ਜਿਸ ਨੇ ਆਪਣਿਆਂ ਲੋਕਾਂ ਦੀ ਉਜਾੜ ਦੇ ਵਿੱਚ, ਜਿੱਥੇ ਜਾਨਵਰ ਵੀ ਨਹੀਂ ਰਹਿ ਸਕਦਾ, ਇੰਨੀ ਗਰਮੀ ਹੈ, ਉੱਥੇ ਪ੍ਰਭੂ ਨੇ ਆਪਣਿਆਂ ਲੋਕਾਂ ਨੂੰ ਲੈ ਕੇ ਗਿਆ ਔਰ ਉੱਥੇ ਇਹਨਾਂ ਨੂੰ ਇਹ ਵਿਵਸਥਾ ਸਿਖਾਈ ਹੈ ਔਰ ਪੂਰੇ ਦਾ ਪੂਰਾ ਜੋ ਦੇਸ਼ ਦੇ ਨਿਯਮ ਹੁੰਦੇ ਉਹ ਸਾਰੇ ਸਿਖਾਏ ਔਰ ਸਿਖਾ ਕੇ ਫਿਰ ਇਹਨਾਂ ਨੂੰ ਦੇਸ਼ ਦਿੱਤਾ। ਇਹ ਨਹੀਂ ਕਹਿ ਦਿੱਤਾ ਕਿ ਅੱਛਾ ਤੁਹਾਨੂੰ ਮੈਂ ਇੱਥੋਂ ਕੱਢ ਲਿਆ, ਅੱਛਾ ਚਲੋ ਤੁਸੀਂ ਜਿੱਥੇ ਮੈਂ ਤੁਹਾਨੂੰ ਲੈ ਕੇ ਜਾਣਾ ਉੱਥੇ ਜਾ ਕੇ ਲੋਕਾਂ ਨੂੰ ਸਾਫ਼ ਕੀਤਾ, ਉੱਥੇ ਅੱਛਾ ਮੇਰਾ ਕੰਮ ਪੂਰਾ ਹੋਇਆ। ਨਹੀਂ, ਏਦਾਂ ਨਹੀਂ। ਇਹ ਸਾਰਾ ਸਮਾਂ ਪ੍ਰਭੂ ਇਹਨਾਂ ਨੂੰ ਸਿਖਾਉਂਦਾ ਗਿਆ, ਦੇਸ਼ ਨੂੰ ਚਲਾਉਣਾ ਕਿੱਦਾਂ, ਦੇਸ਼ ਦੇ ਵਿੱਚ ਰਹਿਣਾ ਕਿੱਦਾਂ, ਨਿਯਮ ਕਿਹੜੇ ਹੋਣੇ ਚਾਹੀਦੇ, ਅਸੀਂ ਸਾਰੀਆਂ ਚੀਜ਼ਾਂ ਕਹਾਂ ਜਾ ਕੇ ਦੇਖਾਂਗੇ। ਪਿਆਰੇ ਪ੍ਰਭੂ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਅਸੀਂ ਖੁਦਾਵੰਦ, ਕਿਸ ਤਰ੍ਹਾਂ ਪੁਰਾਣਾ ਨਿਯਮ ਤੇ ਨਵਾਂ ਨਿਯਮ ਪ੍ਰਭੂ ਜੀ ਹੱਥ ਔਰ ਹੱਥ ਦੇ ਨਾਲ ਜੁੜਿਆ ਦੇਖਦੇ ਪਏ ਹਾਂ। ਕਿਸ ਤਰ੍ਹਾਂ ਪ੍ਰਭੂ ਜੀ ਜਿਸ ਤਰ੍ਹਾਂ ਸਾਡੇ ਤੂੰ ਔਰ ਆਪਣੇ ਲੋਕਾਂ ਦੇ ਤੂੰ ਰਹਿਮ ਕਰਦਾ ਪਿਆ, ਦਇਆ ਕਰਦਾ ਪਿਆ, ਕਿੱਦਾਂ ਤੂੰ ਚੁਣਾਵ ਕਰਦਾ, ਵੱਖਰੇ ਕਰਦਾ, ਆਪਣੇ ਬਣਾਉਣਾ, ਆਪਣਾ ਵਿਰਸਾ ਬਣਾਉਣਾ, ਆਪਣਾ ਨੇਮ ਪ੍ਰਭੂ ਜੀ ਤੂੰ ਦੇਣਾ ਔਰ ਪ੍ਰਭੂ ਜੀ ਫਿਰ ਕਿਸ ਤਰ੍ਹਾਂ ਤੂੰ ਆਪਣੇ ਲੋਕਾਂ ਦੀ ਸੰਭਾਲ ਕਰਦਾ। ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਪਏ, ਸ਼ੁਕਰ ਕਰਦੇ ਹਾਂ ਖੁਦਾਵੰਦ। ਅਸੀਂ ਇਸ ਦੇ ਵਿੱਚ ਆਲਮੋਸਟ ਖੁਦਾਵੰਦ ਅਗਰ ਤੇਰੇ ਵਚਨ ਦੇ ਵਿੱਚੋਂ ਦੇਖੀਏ ਤਾਂ 1500 ਸਾਲ ਦਾ ਫਰਕ, ਜਿੱਥੇ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਪਈਆਂ, ਇਹ ਸਭ ਕੁਛ ਜੋ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜੋ ਦੇਖਦੇ ਪਏ, ਇਹ ਸਭ ਚੀਜ਼ਾਂ ਦੀ ਸੰਪੂਰਨਤਾ ਮੇਰੇ ਪਿਆਰੇ ਪ੍ਰਭੂ ਤੇਰੇ ਵਿੱਚ ਸੀ। ਪਿਆਰੇ ਪ੍ਰਭੂ ਤੂੰ ਸਾਡੇ ਉੱਤੇ ਕਿਰਪਾ ਕਰਨਾ, ਦਇਆ ਕਰਨਾ। ਅਸੀਂ ਵੀ ਇਹਨਾਂ ਲੋਕਾਂ ਦੇ ਵਾਂਗ ਪ੍ਰਭੂ ਜੀ ਹੱਠ ਧਰਨੀ, ਅਸੀਂ ਵੀ ਪ੍ਰਭੂ ਜੀ ਆਪਣੀ ਮਨ ਮਰਜ਼ੀ ਕਰਦੇ ਹਾਂ, ਪਰ ਤੇਰਾ ਸ਼ੁਕਰ ਕਰਦੇ ਹਾਂ ਕਿ ਤੇਰੀ ਦਿਆਲਤਾ ਸਾਡੇ ਨਾਲ ਬਣੀ ਰਹਿੰਦੀ, ਤੇਰਾ ਰਹਿਮ ਸਾਡੇ ਨਾਲ ਬਣੀ ਰਹਿੰਦਾ। ਪਿਆਰੇ ਪ੍ਰਭੂ ਅਸੀਂ ਹੁਣ ਤੋਂ ਲੈ ਕੇ ਜਦ ਤੱਕ ਦੁਆਰਾ ਮਿਲੀਏ ਤੂੰ ਸਾਡੇ ਸਭ ਦੇ ਨਾਲ ਬਣੀ। ਇਸ ਵੇਲੇ ਮੈਂ ਖੁਦਾਵੰਦ ਮਨਦੀਪ ਦੇ ਲਈ ਔਰ ਉਸਦੀ ਮਾਂ ਦੇ ਲਈ ਖਾਸ ਦੁਆ ਕਰਦਾ ਖੁਦਾਵੰਦ, ਤੂੰ ਉਸ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖ ਖੁਦਾਵੰਦ। ਤੇਰੀ ਬੰਦੀ ਇੱਥੇ ਆਪਣੀ ਬੇਟੀ ਦੇ ਕੋਲ ਆ ਗਈ ਆ ਔਰ ਖੁਦਾਵੰਦ ਤੂੰ ਉਸਦਾ ਜ਼ਖਮ ਹੋਰ ਕੋਈ ਨਹੀਂ ਭਰ ਸਕਦਾ ਸਵਾਲ ਤੇਰੇ। ਮੈਂ ਦੁਆ ਕਰਦਾ ਖੁਦਾਵੰਦ ਤੂੰ ਉਸਦੇ ਨਾਲ ਬਣਿਆ ਰਹੇ, ਤੇਰੀ ਹਜ਼ੂਰੀ ਉਸਦੇ ਨਾਲ ਬਣੀ ਰਹੇ ਔਰ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਮਨਦੀਪ ਔਰ ਕਰਤਾਰ ਦੇ ਨਾਲ। ਪਿਆਰੇ ਪ੍ਰਭੂ ਸਾਡੇ ਬੱਚਿਆਂ ਦੇ ਨਾਲ, ਸਾਡੇ ਬੱਚਿਆਂ ਨੂੰ ਤੂੰ ਆਪਣੀ ਬਰਕਤ ਦੇ। ਇਹ ਪ੍ਰਭੂ ਜੀ ਯੋਗ ਹੋ ਗਏ ਆ, ਵੱਡੇ ਹੁੰਦੇ ਜਾ ਰਹੇ ਆ, ਇਹਨਾਂ ਦੇ ਲਈ ਜੀਵਨ ਸਾਥੀ ਖੁਦਾਵੰਦ ਤੇਰੇ ਘਰ ਦੇ ਵਿੱਚ, ਇਹਨਾਂ ਨੂੰ ਸਿੱਧੇ ਰਸਤਿਆਂ ਤੇ ਖੁਦਾਵੰਦ ਤੂੰ ਆਪ ਰੱਖਣਾ। ਇਹ ਸਾਰੇ ਸਮੇਂ ਨੂੰ ਤੇਰੇ ਹੱਥਾਂ 'ਚ ਨੇ ਔਰ ਜਦ ਤੱਕ ਅਸੀਂ ਦੁਆਰਾ ਮਿਲੀਏ ਤੇਰਾ ਰਹਿਮ ਸਾਡੇ ਸਭ ਦੇ ਨਾਲ ਬਣਿਆ ਰਹੇ। ਪਿਆਰੇ ਪ੍ਰਭੂ ਤੂੰ ਸਾਡੇ ਅੱਗੇ ਪਿੱਛੇ ਸੱਜੇ ਖੱਬੇ ਉੱਪਰ ਔਰ ਸਾਡੇ ਪੈਰਾਂ ਦੇ ਵਿੱਚ ਤੇਰੀ ਰਾਖੀ ਔਰ ਅੰਦਰ ਪਵਿੱਤਰ ਆਤਮਾ ਔਰ ਨਾਲ ਤੇਰੀ ਹਜ਼ੂਰੀ ਚੱਲਦੀ ਰਹੇ। ਇਹ ਸਭ ਕੁਛ ਅਸੀਂ ਪ੍ਰਭੂ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ 'ਚ ਮੰਗਦੇ ਔਰ ਸਾਰੇ ਭੈਣ ਭਰਾ ਕਹਿਣ ਆਮੀਨ। ਕੱਲ ਨੂੰ ਦੇਖਾਂਗੇ ਹੁਣ ਬਾਕੀ ਦਾ। ਸੋ ਪ੍ਰਭੂ ਤੁਹਾਡੇ ਨਾਲ ਬਣਿਆ ਰਹੇ ਔਰ ਤੁਹਾਨੂੰ ਪ੍ਰਭੂ ਆਪਣੀ